ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਹਰਣਾ ਬਾਜਾਂ ਤੈ ਸਿਕਦਾਰਾਂ, ਇਨਾ ਪੜਿਆ ਨਾਉ। ਫਾਂਦੀ ਲੱਗੀ ਜਾਤ ਪਹਾਇਨ, ਅੱਗਾ ਨਾਹੀ ਥਾਉ। ਹਰਣਾ ਬਾਜਾਂ ਤੈ ਸਿਕਦਾਰਾਂ, ਇਨਾ ਪੜਿਆ ਨਾਉ। ਫਾਂਦੀ ਲੱਗੀ ਜਾਤ ਫਾਇਨ, ਅੱਗਾ ਨਾਹੀ ਥਾਉ। ਸੋ ਪੜਿਆ ਸੋ ਪੰਡਤ ਬੀਨਾ, ਜਿਨੀ ਕਮਾਣਾ ਨਾਉ। ਪਹਿਲੋਂ ਦੇ ਜੜ ਅੰਦਰ ਜੰਮਾ, ਤਾਂ ਉੱਪਰ ਹੋਵੈ ਛਾਉ। ਰਾਜੇਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਹਿੰਦਾ ਪਾਇਨ ਘਾਉ, ਰਤ ਪਿੱਤ ਕੁੱਤਿਓ ਚਟ ਜਾਹੁ। ਜਿਥਾ ਜੀਆਂ ਹੋਸੀ ਸਾਰ, ਨੱਕੀ ਵੱਡੀ ਲਾਇਤ ਬਾਰ। ਰਾਜੇਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਹਿੰਦਾ ਪਾਇਨ ਘਾਉ, ਰਤ ਪਿੱਤ ਕੁੱਤਿਓ ਚਟ ਜਾਉ। ਜਿਥੈ ਜੀਆਂ ਹੋਸੀ ਸਾਰ, ਨੱਕੀ ਵੱਡੀ ਲਾਇਤ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਜੁਗ ਅਟਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਜਿਸ ਵਿੱਚ ਆਪ ਜੀਆਂ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਦੇ ਵਿੱਚ ਸਤਿਕਾਰਯੋਗ ਸਾਡੀਆਂ ਭੈਣਾਂ ਮਾਤਾਵਾਂ ਨੇ ਆਪ ਜੀਆਂ ਨੂੰ ਸਰਵਣ ਕਰਵਾਇਆ ਹੈ। ਉਪਰੰਤ ਸੋਦਾਰ ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ। ਉਸ ਤੋਂ ਬਾਅਦ ਸਹਿਜ ਪਾਠ ਦਾ ਭੋਗ ਪਾਇਆ ਗਿਆ, ਜੋ
ਹਰ ਸ਼ੁੱਕਰਵਾਰ ਬੱਚੇ ਆਪ ਜੀਆਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਉਂਦੇ ਨੇ। ਸਤਿਕਾਰਯੋਗ ਸਾਡੀ ਬੱਚੀ ਕੋਮਲ ਕੌਰ, ਹਰਮਨ ਸਿੰਘ, ਅਜੇਪਾਲ ਸਿੰਘ ਬਾਜਵਾ ਪਰਿਵਾਰ ਦੇ ਇਹ ਬੱਚੇ, ਉਹਨਾਂ ਬੱਚਿਆਂ ਨੇ ਆਪ ਸਹਿਜ ਪਾਠ ਕੀਤਾ ਤੇ ਉਸ ਦੇ ਭੋਗ ਗੁਰੂ ਘਰ ਵਿਖੇ ਅੱਜ ਪਾਏ ਗਏ। ਉਸ ਤੋਂ ਬਾਅਦ ਇਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲਿਆਂ ਦੇ ਰਾਗੀ ਜਥੇ ਪਾਸੋਂ, ਤੇ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਦੇ ਵਿੱਚੋਂ ਆਪ ਜੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਸਰਵਣ ਕੀਤਾ ਹੈ। ਇਹ ਵਾਰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ ਮਲਾਰ ਰਾਗ ਵਿੱਚ, ਤੇ ਅੱਜ ਦਾ ਸ਼ਲੋਕ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ, ਜਿਸ ਦੀ ਵਿਚਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਮਤ ਬੁੱਧ ਬਖਸ਼ਿਸ਼ ਕਰਕੇ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਆਪ ਹੀ ਵਿਚਾਰ ਕਰਵਾ ਲੈਣ। ਆਓ ਸਾਧ ਸੰਗਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਅਸੀਂ ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਪ੍ਰਾਪਤ ਕਰਨ ਲਈ ਕਰੋ ਰਸਨਾ ਨੂੰ ਪਵਿੱਤਰ ਤੇ ਸਾਰੇ ਮਿਲ ਕੇ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਵਿੱਚ ਜੋ ਸਮੁੱਚੀ ਮਾਨਵਤਾ ਨੂੰ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਸੁਨੇਹਾ ਦਿੱਤਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੇ ਉਸ ਵੇਲੇ ਜਿਹੜਾ ਰਾਜ ਸੀ ਉਹ ਬਾਬਰ ਦਾ ਸੀ। ਉਸ ਤੋਂ ਥੋੜ੍ਹਾ ਕੁ ਪਹਿਲਾਂ ਸਮਾਂ ਸਿਕੰਦਰ ਲੋਧੀ ਦਾ ਰਾਜ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਕੁਝ ਆਪਣੀਆਂ ਅੱਖਾਂ ਦੇ ਨਾਲ ਇਸ ਹਿੰਦੁਸਤਾਨ ਦੀ ਦਾ ਜੋ ਵੇਖੇ ਹਾਲਾਤ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਵੀ ਕਿਹਾ ਤੇ ਭਾਈ ਗੁਰਦਾਸ ਜੀ ਨੇ ਵੀ। ਪਰ ਮੈਂ ਥੋੜ੍ਹਾ ਜਿਹਾ ਤੁਹਾਡਾ ਧਿਆਨ ਹੋਰ ਵੀ ਪਿਛਾਂਹ ਲਿਜਾਣਾ ਚਾਹੁੰਦਾ ਹਾਂ। ਸੰਨ 1712 ਈਸਵੀ, ਖਿਮਾ ਕਰਿਓ, ਸੰਨ 712 ਈਸਵੀ, 712 ਈਸਵੀ ਇਸ ਹਿੰਦੁਸਤਾਨ ਦੇ ਉੱਤੇ ਸਭ ਤੋਂ ਪਹਿਲਾ ਜਿਹੜਾ ਹਮਲਾ ਹੋਇਆ ਹੈ, ਉਹ ਹਮਲਾ ਕੀਤਾ ਸੀ ਇਸ ਹਿੰਦੁਸਤਾਨ ਦੇ ਉੱਤੇ ਮੁਹੰਮਦ ਬਿਨ ਕਾਸਿਮ ਨੇ। ਸਭ ਤੋਂ ਪਹਿਲਾ ਹਮਲਾ ਹਿੰਦੁਸਤਾਨ ਤੇ 712 ਵਿੱਚ ਹੋਇਆ। ਬਸ ਸਮਝ ਲਓ ਉਸ ਪਹਿਲੇ ਹਮਲੇ ਤੋਂ ਬਾਅਦ ਫਿਰ ਹਿੰਦੁਸਤਾਨ ਦੇ ਦੁਖੜਿਆਂ ਦੀ ਦਾਸਤਾਨ ਬੜੀ ਲੰਮੀ ਹੈ। 712 ਤੇ ਇਸ ਹਿੰਦੁਸਤਾਨ ਦੇ ਉੱਤੇ ਹਮਲਾ ਕਰਨ ਵਾਸਤੇ ਮੁਹੰਮਦ ਬਿਨ ਕਾਸਿਮ ਆਇਆ। ਇੰਨਾ ਜ਼ਿਆਦਾ ਉਹਨੇ ਹਿੰਦੁਸਤਾਨ ਨੂੰ ਲੁੱਟਿਆ, ਇੰਨਾ ਜ਼ਿਆਦਾ ਹਿੰਦੁਸਤਾਨ ਨੂੰ ਕੁੱਟਿਆ ਕਿ ਉਹ ਦਾਸਤਾਨ ਬਿਆਨ ਕਰਨੀ ਔਖੀ ਹੈ। ਉਸ ਤੋਂ ਬਾਅਦ 1000 ਤੋਂ ਲੈ ਕੇ ਤੇ 1024 ਤੱਕ ਇੱਥੇ ਆਇਆ ਮਹਿਮੂਦ ਗਜ਼ਵਨੀ, ਜਿਹੜਾ ਸੋਮਨਾਥ ਦੇ ਮੰਦਿਰ ਦੀ ਅਸੀਂ ਗੱਲ ਸੁਣਦੇ ਹਾਂ ਕਿ ਸੋਮਨਾਥ ਦਾ ਮੰਦਿਰ ਲੁੱਟਿਆ ਗਿਆ। ਉਹ ਵੀ ਇਸ ਮਹਿਮੂਦ ਗਜ਼ਵਨੀ ਦੇ ਟਾਈਮ ਤੇ ਉਹਨੇ ਇਸ ਹਿੰਦੁਸਤਾਨ ਦੇ ਉੱਤੇ ਹਮਲੇ ਕੀਤੇ। ਉਹਨੇ ਵੀ ਬੜਾ ਫਿਰ ਲੁੱਟਿਆ ਹਿੰਦੁਸਤਾਨ ਨੂੰ। ਉਸ ਤੋਂ ਬਾਅਦ ਦਾ ਸਮਾਂ ਆ ਜਾਂਦਾ ਹੈ ਕੁਤਬਦੀਨ ਐਬਕ। ਇਹਨੇ 1194 ਤੋਂ ਲੈ ਕੇ ਤੇ 1210 ਤੱਕ ਈਸਵੀ ਸਨ ਦੀ ਮੈਂ ਗੱਲ ਕਰ ਰਿਹਾ, ਉਹਨੇ ਹਿੰਦੁਸਤਾਨ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ। ਉਹਨੇ ਕਲੰਜਰ ਸ਼ਹਿਰ ਦੇ 113 ਮੰਦਿਰ ਢਾਹ ਕੇ ਉੱਥੇ ਮਸੀਤਾਂ ਬਣਾ ਦਿੱਤੀਆਂ ਤੇ ਹਿੰਦੂਆਂ ਦੇ ਉੱਤੇ ਇੰਨੇ ਜ਼ੁਲਮ ਢਾਏ ਕਿ ਇਹ ਵੀ ਦਾਸਤਾਨ ਬੜੀ ਲੰਮੀ ਹੈ। ਉਸ ਤੋਂ ਬਾਅਦ ਫਿਰ ਆ ਜਾਂਦਾ ਹੈ ਇਲਾਉਦੀਨ ਖਿਲਜੀ। ਇਹਨੇ 1295 ਤੋਂ ਲੈ ਕੇ 1316 ਈਸਵੀ ਤੱਕ ਇਹ ਇਲਾਉਦੀਨ ਖਿਲਜੀ ਦਾ ਜਦੋਂ ਰਾਜ ਆਇਆ, ਉਹਨੇ ਫਿਰ ਹਿੰਦੁਸਤਾਨ ਨੂੰ ਲੁੱਟਿਆ। ਇੱਕ ਦਿਨ ਇਲਾਉਦੀਨ ਖਿਲਜੀ ਆਪਣੇ ਵਜ਼ੀਰਾਂ ਨੂੰ ਪੁੱਛਦਾ ਹੈ ਜਾਂ ਆਪਣੇ ਅਹਿਲਕਾਰਾਂ ਨੂੰ ਪੁੱਛਦਾ ਹੈ, ਇਸਲਾਮ ਮਤ ਦੇ ਜਿਹੜੇ ਕਾਜ਼ੀ ਨੇ ਉਹਨਾਂ ਨੂੰ ਪੁੱਛਦਾ ਹੈ, ਕਹਿੰਦਾ ਇਸਲਾਮ ਕੀ ਕਹਿੰਦੀ, ਸ਼ਰਅ ਕੀ ਕਹਿੰਦੀ ਹੈ ਹਿੰਦੂਆਂ ਦੇ ਬਾਰੇ। ਤੇ ਉਸ ਵੇਲੇ ਜਿਹੜਾ ਇਲਾਉਦੀਨ ਖਿਲਜੀ ਨੂੰ ਇਹਨਾਂ
ਮੁਸਲਮਾਨ ਦੇ ਮਤ ਦੇ ਜਿਹੜੇ ਕਾਜ਼ੀ ਮੁਲਾਣੇ ਸੀ ਉਹਨਾਂ ਨੇ ਕਿਹਾ, ਕਹਿੰਦੇ ਸ਼ਰ੍ਹਾ ਇਹ ਕਹਿੰਦੀ ਹੈ ਕਿ ਹਿੰਦੂ ਇੱਕ ਧਰਤੀ ਦੀ ਤਰ੍ਹਾਂ ਨੇ ਤੇ ਧਰਤੀ ਵਿੱਚੋਂ ਜੋ ਕੁਝ ਆਪਾਂ ਲੈਣਾ ਚਾਹੀਏ ਸਾਨੂੰ ਮਿਲ ਜਾਂਦਾ ਹੈ। ਹਿੰਦੂ ਇੱਕ ਧਰਤੀ ਦੀ ਤਰ੍ਹਾਂ ਨੇ, ਜੇ ਇਹਨਾਂ ਦੇ ਕੋਲੋਂ ਚਾਂਦੀ ਮੰਗੀਏ ਤੇ ਇਹਨਾਂ ਨੂੰ ਚਾਹੀਦਾ ਸਾਨੂੰ ਸੋਨਾ ਭੇਟ ਕਰਨ। ਉਹ ਕਹਿੰਦਾ ਹੈ ਕਿ ਸ਼ਰ੍ਹਾ ਇਹ ਕਹਿੰਦੀ ਹੈ ਕਿ ਜੇ ਕਿਤੇ ਰਾਜੇ ਨੂੰ, ਉਹ ਵੀ ਇਸਲਾਮ ਮਤ ਦਾ ਮੁਸਲਮਾਨ ਜਿਹੜਾ ਰਾਜਾ ਹੈ, ਰਾਜੇ ਨੂੰ ਥੁੱਕ ਆਇਆ ਹੋਵੇ ਤੇ ਹਿੰਦੂ ਨੂੰ ਕਹਿਣਾ ਚਾਹੀਦਾ ਆਪਣਾ ਮੂੰਹ ਇੰਨਾ ਖੋਲ੍ਹ ਕੇ ਰੱਖੇ ਕਿ ਰਾਜੇ ਨੂੰ ਥੁੱਕਣ ਲੱਗਿਆ ਕੋਈ ਬਹੁਤੀ ਜ਼ਿਆਦਾ ਤਕਲੀਫ ਨਾ ਹੋਵੇ। ਇਹ ਸ਼ਰ੍ਹਾ ਕਹਿੰਦੀ ਹੈ। ਇੱਥੇ ਹੀ ਬਸ ਨਹੀਂ, ਬਹੁਤ ਜ਼ਿਆਦਾ ਹਿੰਦੂਆਂ ਦੇ ਉੱਤੇ ਜ਼ੁਲਮ ਢਾਏ ਗਏ। ਇਲਾਉਦੀਨ ਖਿਲਜੀ ਨੇ ਵੀ ਆਪਣੀ ਪੂਰੀ ਰੀਝ ਲਾ ਲਈ। ਉਸ ਤੋਂ ਬਾਅਦ ਫਿਰ ਆ ਜਾਂਦਾ ਹੈ ਫਿਰੋਜ਼ ਸ਼ਾਹ ਤੁਗਲਕ। ਇਹਨੇ ਜਿਹੜਾ ਹਿੰਦੁਸਤਾਨ ਦੇ ਉੱਤੇ 1351 ਈਸਵੀ ਤੋਂ ਲੈ ਕੇ ਤੇ 1388 ਈਸਵੀ ਤੱਕ ਹਿੰਦੁਸਤਾਨ ਦੇ ਉੱਤੇ ਇਹਨੇ ਹਮਲੇ ਕੀਤੇ। ਇਹਦਾ ਮਤਲਬ ਹਿੰਦੁਸਤਾਨ ਤੇ 712 ਤੋਂ ਗੱਲ ਸ਼ੁਰੂ ਹੋਈ ਹਿੰਦੁਸਤਾਨ ਤੇ ਹਮਲੇ ਹੋਣ ਦੀ। ਬਸ ਜਿਹੜਾ ਫਿਰ ਆਇਆ ਉਹਨੇ ਹਿੰਦੁਸਤਾਨ ਨੂੰ ਬੜਾ ਲੁੱਟਿਆ ਤੇ ਬੜਾ ਕੁੱਟਿਆ, ਹਮਲੇ ਬੜੇ ਇਹਦੇ 'ਤੇ ਹੋਏ। ਆਖਰ ਇਹਨਾਂ ਨੇ ਆਪਣਾ ਪੱਕਾ ਰਾਜ ਸਥਾਪਿਤ ਕਰਨਾ ਚਾਹਿਆ। ਪਹਿਲਾਂ ਤੇ ਆਉਂਦੇ ਸੀ ਲੁੱਟ ਕੇ ਲੈ ਜਾਂਦੇ ਸੀ, ਹੌਲੀ ਹੌਲੀ ਰਾਜ ਸਥਾਪਿਤ ਕਰਨਾ ਚਾਹਿਆ। ਦਿੱਲੀ ਨੂੰ ਆਪਣੀ ਰਾਜਧਾਨੀ ਬਣਾ ਲਿਆ। ਦਿੱਲੀ ਨੂੰ ਰਾਜਧਾਨੀ ਬਣਾ ਕੇ ਇਹਨਾਂ ਨੇ ਤੇ ਫਿਰ ਇਲਾਕੇ ਪੂਰੇ ਦੇ ਵਿੱਚ ਹਮਲਾ ਕਰਨਾ, ਲੁੱਟਣਾ ਕੁੱਟਣਾ, ਤੇ ਇੱਥੋਂ ਤੱਕ ਕਿ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਇਹਨਾਂ ਨੇ ਜਾ ਕੇ ਜਿਹੜਾ ਸੀ ਉਹ ਵੇਚਣਾ। ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਚੁੱਕ ਕੇ ਲੈ ਜਾਣਾ ਤੇ ਇਹਨਾਂ ਨੇ ਲਿਜਾ ਕੇ ਉਹਨਾਂ ਨੂੰ ਟਕੇ ਦੇ ਉੱਤੇ ਵੇਚਣਾ। ਇੱਥੋਂ ਤੱਕ ਹਾਲਾਤ ਸਨ ਕਿ ਇੱਕ ਜਾਨਵਰ ਦੀ, ਪਸ਼ੂ ਪੰਛੀ ਦੀ ਕੀਮਤ ਤਾਂ ਜ਼ਿਆਦਾ ਪੈਂਦੀ ਸੀ, ਪਰ ਔਰਤ ਦੀ ਕੀਮਤ 1 ਟਕਾ ਪੈਂਦੀ ਸੀ। ਕਹਿੰਦੇ ਨੇ ਇਸ ਤੋਂ ਬਾਅਦ ਇੱਥੇ ਹਮਲੇ ਫਿਰ ਹੁੰਦੇ ਰਹੇ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਧਰਤੀ ਤੇ ਉਹਨਾਂ ਦਾ ਆਗਮਨ ਹੋਇਆ ਹੈ, ਉਦੋਂ ਸਿਕੰਦਰ ਲੋਧੀ ਦਾ ਭਾਵੇਂ ਟਾਈਮ ਸੀ, ਕਿਉਂਕਿ ਸਿਕੰਦਰ ਲੋਧੀ ਨੇ ਹੀ ਭਗਤ ਨਾਮਦੇਵ, ਕਬੀਰ ਸਾਹਿਬ ਨੂੰ ਤਸੀਹੇ ਉਹਨਾਂ ਨੇ ਦਿੱਤੇ ਸਨ। ਪਰ ਉਸ ਤੋਂ ਬਾਅਦ ਛੇਤੀ ਹੀ ਇਸ ਹਿੰਦੁਸਤਾਨ ਤੇ ਮੁੜ ਕੇ ਬਾਬਰ ਦਾ ਕਬਜ਼ਾ ਹੋ ਗਿਆ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਮਨਾਬਾਦ ਗਏ ਨੇ, ਉਸ ਟਾਈਮ ਤੇ ਬਾਬਰ ਦਾ ਹੀ ਇੱਥੇ ਰਾਜ ਸੀ। ਹੁਣ ਆਪਾਂ ਦਾਸਤਾਨ ਜਿਹੜੀ ਸ਼ੁਰੂ ਕਰਨ ਲੱਗੇ ਹਾਂ, ਇਹ ਤਾਂ ਅਸੀਂ ਇੱਕ ਪਿਛੋਕੜ ਦੀ ਗੱਲ ਜਿਹੜੀ ਮੈਂ ਸੰਖੇਪ ਜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਉਸ ਤੋਂ ਬਾਅਦ ਫਿਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਾਲ ਦਾ ਸਮਾਂ ਆ ਜਾਂਦਾ ਹੈ, ਮੇਰੇ ਸਾਹਿਬ ਨੇ ਵੇਖਿਆ ਹਿੰਦੁਸਤਾਨ ਦੇ ਹਾਲਾਤ ਤੱਕੇ ਸਾਰੇ, ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਉੱਠੇ, ਕਹਿਣ ਲੱਗੇ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ, ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇੱਥੇ ਤਾਂ ਜਿਹੜਾ ਇਸ ਧਰਤੀ ਦੇ ਉੱਤੇ ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਧਰਮ ਤਾਂ ਖੰਭ ਲਾ ਕੇ ਉੱਡ ਗਿਆ ਹੈ। ਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ, ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਇਉਂ ਸ਼ਬਦ ਵਰਤੇ ਨੇ। ਭਾਈ ਸਾਹਿਬ ਜੀ ਕਹਿੰਦੇ ਨੇ ਕਲ ਆਈ ਕੁੱਤੇ ਮੂਈ, ਖਾਜ ਹੁਆ ਮਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ, ਖੇਤ ਕੋ ਖਾਈ। ਤੇ ਭਾਈ ਸਾਹਿਬ ਜੀ ਕਹਿੰਦੇ ਪਰਜਾ ਅੰਧੀ ਗਿਆਨ ਵਿਨ, ਕੂੜਕ ਸਤ ਮੁਖੋਂ ਆਲਾਈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਚੇਲੇ ਸਾਜ ਵਜਾਏਂਦੇ, ਨੱਚਨ ਗੁਰੂ ਬਹੁਤ ਬਿਦ ਧਾਈ, ਚੇਲੇ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਪੁਸ ਇਸਤਰੀ ਪੁਰਖੇ ਦਾਮ ਹਿਤ, ਭਾਵੇਂ ਆਉ ਕਿਤਾਹੂ ਜਾਹੀ। ਇਸਤਰੀ ਤੇ ਪੁਰਖ ਦਾ ਪਿਆਰ ਕੋਈ ਨਹੀਂ, ਸਿਰਫ ਪੈਸਿਆਂ ਦੀ ਗੱਲ ਰਹਿ ਗਈ। ਇਸਤਰੀ ਆਪਣੇ ਪਤੀ ਨੂੰ ਕਹਿੰਦੀ ਹੈ ਪੈਸੇ ਜਿੱਥੋਂ ਮਰਜ਼ੀ ਲਿਆ, ਪਤੀ ਆਪਣੀ ਇਸਤਰੀ ਨੂੰ ਕਹਿੰਦਾ ਪੈਸੇ ਜਿੱਥੋਂ ਮਰਜ਼ੀ। ਦੋਨਾਂ ਦੀ ਕਮਾਈ ਕਿੱਦਾਂ ਦੀ ਕਮਾਈ ਹੈ, ਨਾ ਪਤੀ ਪਤਨੀ ਨੂੰ ਪੁੱਛਦਾ ਹੈ ਤੇ ਨਾ ਪਤਨੀ ਪਤੀ ਨੂੰ ਪੁੱਛਦੀ ਹੈ। ਹਾਲਾਤ ਇੱਦਾਂ ਦੇ ਉਦੋਂ ਬਣੇ ਸਨ ਹਿੰਦੁਸਤਾਨ ਦੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਇਸ ਧਰਤੀ ਤੇ ਆਏ ਤਾਂ ਤੁਸੀਂ ਅੰਦਾਜ਼ਾ ਲਾ ਕੇ ਦੇਖੋ, ਐਵੇਂ ਨਹੀਂ ਭਾਈ ਸਾਹਿਬ ਨੇ ਲਿਖ ਦਿੱਤਾ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਟਾਇਆ। ਉਹ ਜਿਹੜੀ ਪੁਕਾਰ ਸੀ ਧਰਤੀ ਦੇ ਜੀਵਾਂ ਦੀ, ਜਿਨ੍ਹਾਂ ਨੂੰ ਲੁੱਟਿਆ ਕੁੱਟਿਆ ਜਾ ਰਿਹਾ ਸੀ, ਉਹਨਾਂ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਜਗਤ ਸੰਸਾਰ ਦੇ ਉੱਤੇ ਆਏ ਨੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆ ਕੇ ਜਦੋਂ ਇਹ ਸਾਰਾ ਕੁਝ ਤੱਕ ਲਿਆ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ, ਤੇ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਦੇਖਿਆ ਹਿੰਦੁਸਤਾਨ ਦੀ ਇਹ ਦੁਰਗਤੀ ਕਿਉਂ ਹੋਈ। ਸਾਹਿਬ ਜੀ ਕਹਿੰਦੇ ਅਸਲ 'ਚ ਕਾਰਨ ਇਹ ਬਣ ਗਿਆ ਕਿ ਹਿੰਦੁਸਤਾਨੀ ਲੋਕ ਆਪਣਾ ਮੂਲ ਤੋਂ ਟੁੱਟ ਚੁੱਕੇ ਨੇ, ਆਪਣੇ ਧੁਰੇ ਤੋਂ ਟੁੱਟ ਚੁੱਕੇ ਨੇ। ਇਹ ਸਾਰੇ ਦੇ ਸਾਰੇ ਜਿਹੜੇ ਹਿੰਦੁਸਤਾਨ ਦੇ ਲੋਕ ਨੇ, ਇਹਨਾਂ ਦੀ ਹਾਲਤ ਇਹ ਬਣ ਗਈ ਹੈ, ਧਰਮ ਨਾਂ ਦੀ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਚੀਜ਼ ਨਹੀਂ ਰਹਿ ਗਈ। ਇਹ ਆਪਣੀ ਜ਼ਮੀਰ ਮਾਰ ਬੈਠੇ ਨੇ, ਇਹਨਾਂ ਦੀ ਜ਼ਮੀਰ ਇੰਨੀ ਮਰ ਗਈ ਹੈ। ਮੈਂ ਇਤਿਹਾਸ ਪੜ੍ਹਿਆ, ਕਹਿੰਦੇ ਨੇ ਤਮੂਰ ਸ਼ਾਹ ਦੀ ਇੱਕ ਲੱਤ ਮੈਦਾਨੇ ਜੰਗ ਦੇ ਵਿੱਚ ਉੱਡ ਗਈ ਸੀ
ਤੇ ਉਹਦੀ ਮਾਂ ਨੇ ਕਿਹਾ, ਤਮੂਰ ਸ਼ਾਹ ਦੀ ਮਾਂ ਨੇ ਕਹਿਣ ਲੱਗੀ, ਮੈਨੂੰ ਪਤਾ ਲੱਗਾ ਤੂੰ ਹਿੰਦੁਸਤਾਨ ਤੇ ਹਮਲਾ ਕਰਨ ਚੱਲਿਆ ਤੇ ਪੁੱਤ ਤੇਰੀ ਇੱਕ ਲੱਤ ਨਹੀਂ ਹੈਗੀ। ਤਮੂਰ ਸ਼ਾਹ ਨੇ ਆਪਣੀ ਮਾਂ ਨੂੰ ਕਿਹਾ, ਮਾਂ ਜਿਸ ਹਿੰਦੁਸਤਾਨ ਨੂੰ ਮੈਂ ਲੁੱਟਣ ਚੱਲਿਆ, ਜੇ ਦੋਵੇਂ ਲੱਤਾਂ ਵੀ ਨਾ ਹੋਣਗੀਆਂ ਤਾਂ ਵੀ ਲੁੱਟ ਕੇ ਲਿਆ ਸਕਦਾ, ਕਿਉਂਕਿ ਉੱਥੋਂ ਦੇ ਲੋਕਾਂ ਦੀ ਜ਼ਮੀਰ ਹੀ ਮਰ ਚੁੱਕੀ ਹੈ। ਹਿੰਦੁਸਤਾਨ ਦੇ ਲੋਕਾਂ ਦੀ ਅੰਦਰ ਜ਼ਮੀਰ ਨਹੀਂ। ਮਾਂ ਮੇਰੀਆਂ ਦੋਵੇਂ ਲੱਤਾਂ ਵੀ ਨਾ ਹੋਣ ਮੈਂ ਤਾਂ ਵੀ ਹਿੰਦੁਸਤਾਨ ਨੂੰ ਲੁੱਟ ਕੇ ਲਿਆ ਸਕਦਾ। ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਹਾਲਾਤ ਕੀ ਸਨ ਉਸ ਵੇਲੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਤੱਕ ਲਏ ਸਾਰੇ ਹਾਲਾਤ। ਤੱਕਣ ਤੋਂ ਬਾਅਦ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਬੈਠੇ ਨਹੀਂ। ਉਹਨਾਂ ਨੇ ਕਿਹਾ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਡਿਊਟੀ ਸਾਨੂੰ ਲੱਗੀ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਡਿਊਟੀ ਨੂੰ ਵਜਾਉਣ ਲਈ, ਉਹ ਹੋਕਾ ਦੇਣ ਲਈ, ਕਰਤਾਰ ਦਾ ਹੋਕਾ ਦੇਣ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਪ੍ਰਚਾਰ ਫੇਰੀਆਂ ਆਰੰਭ ਕਰ ਦਿੱਤੀਆਂ। ਕਿਉਂਕਿ ਅੱਜ ਦਾ ਜਿਹੜਾ ਸ਼ਬਦ ਹੈ ਨਾ, ਜੋ ਆਪ ਜੀ ਨੇ ਸਰਵਣ ਕੀਤਾ ਹੈ, ਇਹਦੇ ਵਿੱਚ ਜਿਹੜਾ ਸ਼ਬਦ ਆਇਆ ਨਾ ਕਿ ਰਾਜੇ ਸ਼ੀਮ ਮੁਕੱਦਮ ਕੁੱਤੇ, ਇਹ ਆਪਾਂ ਵਿਚਾਰਨਾ ਬੜੀ ਚੰਗੀ ਤਰ੍ਹਾਂ ਕਿ ਉਸ ਸਮੇਂ ਦੇ ਹਾਲਾਤ ਤੇ ਅੱਜ ਦੇ ਹਾਲਾਤਾਂ ਨੂੰ, ਕਿਉਂਕਿ ਜਿਹੜੀ ਗੁਰਬਾਣੀ ਦਾ ਸ਼ਬਦ ਹੁੰਦਾ ਹੈ ਨਾ, ਇਹ ਗੁਰਮੁਖੋ 3 ਕਾਲ ਸੱਚ ਰਹਿਣਾ। ਇਸ ਨੇ ਇਹ ਨਹੀਂ ਕਿ ਆਪਾਂ ਪੁਰਾਣੀਆਂ ਗੱਲਾਂ ਕਰੀ ਜਾਈਏ, ਉਦੋਂ ਇਸ ਤਰ੍ਹਾਂ ਸੀ, ਉਦੋਂ ਇਸ ਤਰ੍ਹਾਂ ਸੀ, ਤੇ ਅੱਜ ਦੀ ਮੌਕੇ ਤੇ ਸਮੇਂ ਦੀ ਵਿਚਾਰ ਵੀ ਜਿਹੜਾ ਗੁਰਬਾਣੀ ਦਾ ਸ਼ਬਦ ਸਾਨੂੰ ਹਰ ਵੇਲੇ ਅਗਵਾਈ ਦਿੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖਿਆ, ਐਮਨਾਬਾਦ ਗਏ ਤੇ ਸ਼੍ਰੀ ਗੁਰੂ ਨਾਨਕ, ਹੁਣ ਇਹੋ ਜਿਹਾ ਸ਼ਬਦ ਕਹਿਣਾ ਕਿ ਰਾਜਿਆਂ ਨੂੰ ਕਹਿਣਾ ਤੁਸੀਂ ਸ਼ੇਰ ਜੇ, ਤੇ ਉਹਨਾਂ ਦੇ ਅਹਿਲਕਾਰਾਂ ਨੂੰ ਕਹਿਣਾ ਤੁਸੀਂ ਕੁੱਤੇ ਜੇ, ਤੇ ਰੱਤ ਪੀ ਰਹੇ ਹੋ ਲੋਕਾਂ ਦੀ। ਇਹ ਗੁਰੂ ਨਾਨਕ ਬਾਬੇ ਮਹਾਰਾਜ ਜੀ ਦੇ ਹਿੱਸੇ ਵਿੱਚ ਹੀ ਆਇਆ, ਕਿਉਂਕਿ ਹਿੰਦੁਸਤਾਨ ਦੇ ਅੰਦਰ ਕੋਈ ਇਹੋ ਜਿਹਾ ਮਰਦ ਨਹੀਂ ਉੱਠਿਆ ਜਿਹੜਾ ਇਹਨਾਂ ਰਾਜਿਆਂ ਮਹਾਰਾਜਿਆਂ ਦੇ ਸਾਹਮਣੇ ਜਾ ਕੇ ਉਹਨਾਂ ਦੀ ਜੋ ਕਰਦੇ ਸਨ ਤੇ ਉਹਨਾਂ ਦੇ ਮੂੰਹ ਦੇ ਉੱਤੇ ਜਾ ਕੇ ਬਾਬਰ ਨੂੰ ਜਾਬਰ ਕਹਿਣਾ। ਇਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ। ਹੁਣ ਆਪਾਂ ਦਾਸਤਾਨ ਸ਼ੁਰੂ ਕਰ ਲਵਾਂਗੇ ਕਿ ਫਿਰ ਹਿੰਦੁਸਤਾਨ ਦੇ ਅੰਦਰ ਉਹੀ ਲੋਕ ਸਨ ਜਿਨ੍ਹਾਂ ਲੋਕਾਂ ਨੂੰ ਹੁਣ ਦੇਖਣਾ 239 ਸਾਲ ਦੇ ਸਮੇਂ ਵਿੱਚ ਮੇਰੇ ਬਾਬੇ ਨੇ ਕੀ ਬਣਾ ਦਿੱਤਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਚਾਰ ਫੇਰੀ ਆਰੰਭ ਕੀਤੀ ਤੇ ਐਮਨਾਬਾਦ ਪਹੁੰਚ ਗਏ, ਜਿੱਥੋਂ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਗੱਲ ਸ਼ੁਰੂ ਹੁੰਦੀ ਹੈ। ਐਮਨਾਬਾਦ ਗਏ, ਭਾਈ ਲਾਲੋ ਦੇ ਘਰ ਬੈਠੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਗੁਰਬਾਣੀ ਦਾ ਕੀਰਤਨ ਆਰੰਭ ਹੋ ਗਿਆ ਹੈ। ਉੱਥੇ ਸਾਹਿਬ ਨੇ 7 ਵਾਰ ਭਾਈ ਲਾਲੋ ਨੂੰ ਬੜੇ ਪਿਆਰ ਨਾਲ, ਪ੍ਰੇਮ ਨਾਲ 7 ਵਾਰੀ ਉਹਦਾ ਨਾਂ ਲਿਆ ਸ਼ਬਦ ਵਿੱਚ, ਤੇ ਉਹ ਸ਼ਬਦ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋ, ਧਾਇਆ ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਭਾਈ ਲਾਲੋ, ਇਸ ਐਮਨਾਬਾਦ ਦੇ ਉੱਤੇ ਜਿਹੜਾ ਬਾਬਰ ਆ ਰਿਹਾ ਨਾ, ਪਾਪ ਦੀ ਜੰਜ ਲੈ ਕੇ ਆ ਰਿਹਾ ਹੈ। ਲਾੜਾ ਬਣ ਕੇ ਆ ਪਾਏਗਾ ਤੇ ਉਹਦੇ ਜਿੰਨੀ ਉਹਦੀ ਫੌਜ ਹੈ ਉਹ ਉਹਦੀ ਜੰਜ ਬਣ ਕੇ ਆ ਰਹੀ ਹੈ, ਤੇ ਇਸ ਐਮਨਾਬਾਦ ਨੂੰ ਲੁੱਟਣ ਆ ਰਹੇ ਨੇ। ਤੇ ਭਾਈ ਲਾਲੋ ਨੇ ਕਿਹਾ, ਮਹਾਰਾਜ ਫਿਰ ਐਮਨਾਬਾਦ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਤੁਹਾਡੇ ਤੇ ਇਹ ਕੁਝ ਹੋਣ ਵਾਲਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਲਾਲੋ ਆਏ ਤਾਂ ਦੱਸਣੀ ਹੈ, ਪਰ ਇਹ ਜਿਹੜੇ ਐਸ਼ੋ ਆਰਾਮ ਦੇ ਵਿੱਚ ਇਹ ਜ਼ਿੰਦਗੀ ਬਤੀਤ ਕਰ ਰਹੇ ਇਹਨਾਂ ਤੇ ਕੋਈ ਅਸਰ ਨਹੀਂ ਹੋਣਾ, ਇਹਨਾਂ ਸੁਣਨੀ ਨਹੀਂ ਆਪਣੀ ਗੱਲ। ਪਰ ਮਹਾਰਾਜ ਫਿਰ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਲਾਲੋ ਦੱਸਣਾ ਜ਼ਰੂਰ ਇਹਨਾਂ ਨੂੰ। ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਐਮਨਾਬਾਦ ਦੇ ਲੋਕਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੋਕਾ ਦਿੱਤਾ। ਕਹਿੰਦੇ, ਐਮਨਾਬਾਦ ਦੇ ਲੋਕੋ, ਜਿਹੜੇ ਢੰਗ ਨਾਲ ਤੁਸੀਂ ਜ਼ਿੰਦਗੀ ਜੀ ਰਹੇ ਹੋ, ਬਾਬਰ ਨੇ ਹਮਲਾ ਕਰਕੇ ਤੁਹਾਨੂੰ ਲੁੱਟ-ਪੁੱਟ ਕੇ ਲੈ ਜਾਣਾ ਜੇ, ਤੇ ਜੇ ਤੁਸੀਂ ਕੁਝ ਕਰ ਸਕਦੇ ਹੋ ਤੇ ਕਰ ਲਓ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਭਵਿੱਖਬਾਣੀ ਕਰ ਰਹੇ ਨੇ। ਉਹਨਾਂ ਨੂੰ ਹਾਲਾਤ ਦਿਸਦੇ ਪਏ ਸਨ ਵੀ ਇਹ ਹਾਲਾਤ ਜੋ ਬਣ ਗਏ ਨੇ, ਇਸ ਵੇਲੇ ਜੇ ਲੋਕ ਹੁਣ ਵੀ ਨਾ ਜਾਗੇ ਤੇ ਕਦੋਂ ਜਾਗਣਗੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਜਗਾਓ ਆਪਣੀ ਜ਼ਮੀਰ ਨੂੰ। ਪਰ ਉਹਨਾਂ ਨੇ, ਇਤਿਹਾਸਕਾਰ ਕਹਿੰਦੇ ਨੇ, ਕੀ ਕੀਤਾ? ਐਮਨਾਬਾਦ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਦਾ ਮਖੌਲ ਉਡਾਇਆ। ਕਹਿਣ ਲੱਗੇ, ਬਾਬਾ ਜੋ ਤੂੰ ਕਹਿਣਾ ਇਸ ਐਮਨਾਬਾਦ ਉੱਤੇ ਨਹੀਂ ਹੋ ਸਕਦਾ। ਤੇ ਮੇਰੇ ਸਾਹਿਬ ਨੇ ਕਿਹਾ, ਫਿਰ ਇੱਕ ਗੱਲ ਮੈਂ ਤੁਹਾਨੂੰ ਕਹਿ ਚੱਲਿਆ ਜੇ। ਉਹ ਕਿਹੜੀ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿ ਕੇ ਚੱਲਿਆ ਕਿ ਜਦੋਂ ਬਾਬਰ ਨੇ ਆ ਕੇ ਇੱਥੇ ਹਮਲਾ ਕੀਤਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਹਿੰਦੁਸਤਾਨ ਸੰਭਾਲ ਸੀ ਬੋਲਾ। ਇਹਦਾ ਅਰਥ ਹੈ, ਹਿੰਦੁਸਤਾਨ ਦੇ ਲੋਕੋ, ਭਾਵ ਕਿ ਇਹ ਐਮਨਾਬਾਦ ਦੇ ਲੋਕੋ, ਤੁਸੀਂ ਮੇਰੇ ਬੋਲਾਂ ਨੂੰ ਯਾਦ ਕਰੋਗੇ। ਤੁਸੀਂ ਕਹੋਗੇ ਜੋ ਬਾਬਾ ਉਦੋਂ ਕਹਿੰਦਾ ਸੀ ਬਿਲਕੁਲ ਸੱਚ ਸੀ, ਮੰਨ ਲੈਣੀ ਚਾਹੀਦੀ ਸੀ ਬਾਬੇ ਦੀ ਗੱਲ। ਪਰ ਇਹ ਤੁਸੀਂ ਕਹੋਗੇ ਕਦੋਂ? ਜਦੋਂ ਸਾਰਾ ਕੁਝ ਲੁੱਟ-ਪੁੱਟ ਗਿਆ ਤੇ ਤੁਹਾਡੇ ਕੋਲ ਰਿਹਾ ਹੀ ਕੱਖ ਨਾ, ਤੁਸੀਂ ਉਦੋਂ ਕਹਿਣਾ ਜੇ, ਪਹਿਲਾਂ ਨਹੀਂ ਤੁਸੀਂ ਕਹਿਣਾ। ਗੁਰੂ ਨਾਨਕ ਦੇਵ ਮਹਾਰਾਜ ਦੇ ਵਿੱਚ ਕੋਈ ਸ਼ਰਾਬ ਵੀ ਨਹੀਂ ਦੇ ਰਹੇ, ਸਿਰਫ ਉਹਨਾਂ ਦੀ ਜ਼ਮੀਰ ਜਗਾਉਣਾ ਚਾਹੁੰਦੇ, ਪਰ ਉਹ ਨਹੀਂ, ਆਪਣੀ ਜ਼ਮੀਰ ਨੂੰ ਨਹੀਂ ਜਗਾ ਰਹੇ। ਹੋਇਆ ਆਖਰਕਾਰ ਉਹੀ ਕੁਝ ਜੋ ਬਾਬੇ ਨੇ ਕਿਹਾ ਸੀ, ਉਹੀ ਕੁਝ ਵਾਪਰ ਗਿਆ। ਬਾਬਰ ਆਇਆ ਤੇ ਹਮਲਾ ਕੀਤਾ ਉਹਨੇ ਐਮਨਾਬਾਦ ਦੇ ਉੱਤੇ। ਗੁਰੂ ਨਾਨਕ ਦੇਵ ਜੀ ਉਦਣ ਵੀ ਉੱਥੇ ਹੀ ਸਨ। ਕਿਆ ਮਰਦ ਹੈ ਬਾਬਾ ਉਹ,
जिन्हें कहा ही नहीं। जिदन हमला होया बाबा उदन भी भाई लालो के घर बैठा, लालो मैं इन्हों कहा सी ये कुछ वापर जाना, पर नहीं सी इन्होंने मेरी गल मनी। ये उदों मेरा मखौल उड़ाते सी, अज वेख की हुंदा पिया एमनाबाद विच। पर धन गुरु नानक देव महाराज जी ने हा दा नारा मारिया, एती मार पई कुरलाने तैं की दर्द ना आया। ये रब नूं लामा नहीं है। कई बार असीं ये शब्द नूं रब उत्ते लै जन्ने कि गुरु नानक साहब रब नूं कहंदे तैनूं नहीं ये तरस आया, नहीं रब नूं नहीं। धन गुरु नानक देव महाराज जो विद्वान कहंदे उन्हां दी मैं कह रहा, धन गुरु नानक देव जी बाबर नूं कहंदे ने, इन्हां गरीब दे उत्ते गरीबां दे उत्ते जुल्म करदे हैं तैनूं रता जिन्ना को तरस नहीं आ रहा। इन्हां जनता दा करके तो तू राजा बनिया ते इन्हां दा गरीबां दा खून निचोड़ रहा, तैनूं तरस क्यों नहीं? इस तू राजे दा काम की है? प्रजा दा भला करना, ते प्रजा नूं तू तंग करदा पिया। गुरु नानक देव महाराज जी ने बाबर दे सामने जाके ये शब्द कहा है। फिर कह लगे बाबर तू बाबर नहीं तू जाबर है। हुण जदों ये शब्द क्या कह लगे, इस बाबे नूं भी फड़ लो, इस बाबे नूं भी जेल च बंद कर दिओ। चक्की दे विच गुरु नानक देव महाराज नूं जेल च बंद कर दिता गया। पर गुरु नानक देव महाराज जेल च जाण वास्ते तैयार हो गए। जदों गुरु नानक देव महाराज जी ने अपनी भाई मरदाने की रबाब के नाल बाणी नूं गाया तो उस बाणी ने इहो जिहा असर किया बाबर दे उत्ते। बाबर आके गुरु नानक महाराज जी के चरणों के उत्ते टह पिया। बाबा मैं समझिया सी शायद इत्थे होर भी बड़े साधु संत महात्मा आउंदे ने, मैं तो उन्हां दी कतार विच ही तैनूं समझ बैठिया, पर नहीं तू उन्हां तो कोई अलग है। धन गुरु नानक देव महाराज जी कह लगे बाबर आ जिन्ने कैदी छड़ दे सारियां छड़ा दिते। गुरु नानक देव महाराज ने सारे कैदी। पर धन गुरु नानक देव सच्चे पातशाह महाराज जी कहते बाबर राजे का काम हुंदा प्रजा का भला करना, प्रजा बारे सोचना। हुण अज तो बाद इस प्रजा के भले वास्ते जो सोच सकदा तो कोई सोच ले। धन गुरु नानक देव महाराज जी ने फिर जिहड़ी उत्थे एमनाबाद के लोगों की दुर्दशा जिहड़ी होई वो भी मेरे साहब ने बयान की। साहब कहते जिन सिर सोहन पट्टियां मांगी पाए सधूर, छे सिर काती मुन्नियां गल विच आवे धूड़। कह लगे जेड़ियां बीबियां केवल सारा सारा दिन शीशे सामने बह के अपने पट्टियां अपने भाव के सिर दे विच चीर ही कढ़दियां रहिंदियां सन, कदी खुदा नूं याद नहीं करदियां। उन्हां दे गलां दे विच जिन्हां ने कीमती हार पाए सी, इहदे बाबर दे सिपाहियां ने उन्हां गलां दे विच रस्सियां पा के एमनाबाद दीयां गलियां दे विच धोया उन्हां नूं। धन गुरु नानक देव जी कहते उस वेले कोई राम कहण दी हिम्मत करदा सी, कोई खुदा कहण दी करदा ना, ते राम ही मूँह निकलदा ना खुदा ही मूँह निकलदा है। हुण तां उन्हां दे मूँह विचों रब दा नाम ही नहीं सी निकलदा। पर धन गुरु नानक देव महाराज जी ने कुछ सारा कुछ तकिया। पर गरीब नवाज पातशाह महाराज ने एमनाबाद के लोगों को एक गल कह दी, कहते अगों दे जे चेतीए तक कायत मिले सजाए। जे तुसी उस दिन मेरी गल मान लेंदे, मैं तुहानूं ये कहण वास्ते आया सी जिहड़ियां घरां विच तोपां रखियां जे, जिहड़े घरां विच हथियार रखे जे, उन्हां नूं घरां च रख के ही कदी वेख्या ही नहीं उन्हां वल्ले। जंगाल पिया होया बाबर ने हमला करना, जदों तुसी हथियार फड़न लगना है तुहाडे हथियार चलने ही नहीं है। होर होया भी ऐसा ही। ये चार शब्द ने बाबर बाणी दे गुरु ग्रंथ साहब जी दे विच। उहदे विच गुरु नानक देव सच्चे पातशाह महाराज जी कहण लगे मुगल पठाना भई लड़ाई रण में तेग बगाई। कह लगे उत्थे फिर तेग चली, मुगलों ते पठाणा विच लड़ाई हुई। उन्नी तुपक तान चलाई, उन्हां कोले नवीआं बंदूकां सन, नवीआं तोपां सी बाबर दे सिपाहियां कोले। इन्नी हस्त चढ़ाई इन्हां दे कोले ओह बंदूकां सी जिहड़ियां चलाउंदे जिवें दिवाली दे वाले दिन बच्चे पटाके चलाउंदे ने, बस इस तरह चलदियां सन। असर कोई ना उन्होंने कीता। खैर धन श्री गुरु नानक देव महाराज जी इत्थों गल शुरू होंदी बाबर कियां दी ते बाबे कियां दी टक्कर शुरू हो जाती है। श्री गुरु नानक देव जी ने चार उदासियां दे विच लोकां नूं झंझोड़िया है ते मेरे साहब ने इन्हां दी जमीर नूं जगाया धन गुरु नानक देव महाराज जी ने। उस तो बाद समा आउंदा है दूसरे जामे विच गुरु अंगद देव महाराज जी दा। बाबर दा पुत्र बह जांदा हमांजू इस दिल्ली दे तख्त उत्ते, ते जदों हमांजू इस तख्त ते बैठा उस वेले गुरु अंगद देव महाराज जी गुरु नानक दी दूजी जोत खडूर साहब विखे से। हुण बाबे कियां दी ते बाबर कियां दी टक्कर दूजे जामे विच। जदों हमांजू शेर शाह सूरी कोलों हार खा के हरी के पत्तन लंघदिया होया खडूर साहब पहुंचया है। गुरु अंगद देव महाराज जी बच्चों को पढ़ा रहे सन, ते उस वेले हमांजू ने कुछ समा उत्थे खलोता रहा। पर गुरु अंगद देव महाराज जी ने कोई परवाह ना की भी कोई राजा आया कोई बादशाह आया। मेरे पातशाह ने कोई ध्यान ना दिता, बच्चों को पढ़ाउण च लगे रहे। हमांजू ने अपनी जिहड़ी हत्थ विच फड़ी हुई किरपान तलवार सी म्यान विचों बाहर कड्ढी ते धन गुरु नानक देव जी उदों कहण लगे, कहंदे हमांजू ये किरपान कादे वास्ते म्यान चों बाहर कढ़दा पिया?
मेरे साहब ने कहा ये जी तलवार शेर शाह सूरी के सामने तो चली ना, हुण फकीरां ते चलाउण लगा है। उस वेले हमांज नूं गुरु अंगद देव महाराज जी दे मूँह दे उत्ते उसकी दुर्दशा की कि ये शेर शाह सूरी के सामने क्यों नहीं चली, साडे ते असी की कीता गुनाह, साडे ते तलवार इस करके चलाउण लगा कि असी तेरी कोई परवाह नहीं की। हमांजू ने धन श्री गुरु अंगद देव महाराज जी को खिमा जाचना की। समा आया गुरु अमरदास महाराज जी का तख्त ते बैठा अकबर बादशाह। हुण जो अकबर बादशाह बैठा, अकबर का थोड़ा जिहा सुभाਅ इस तरह का सी कि वो इस जुलमी राजा नहीं सी, वो न्याय करन वाला राजा सी। ताई अकबर के टाइम ते गुरु नानक महाराज जी के घर के अंदर कोई भी टक्कर नहीं हुई। उहदा समा रहा गुरु अमरदास महाराज जी, गुरु रामदास महाराज जी के टाइम का, भावें कि इन्हां विरोधियों ने भड़काया जरूर सी अकबर नूं, पर अकबर आप आके जो गोइंदवाल साहब आके वेख्या तैनूं पता लग गया धर्म वखरा है, इहदा हिंदू धर्म नाल कोई भी वाह वास्ता नहीं है। उधरों फिर तख्त के उत्ते बह जांदा जहांगीर बादशाह, इधर धन श्री गुरु अर्जन देव सच्चे पातशाह पंजवें पातशाह। हुण ये बाबे क्या दी ते बाबर क्या दी जिहड़ी टक्कर चलदी आउंदी, गुरु नानक साहब ने जिहड़ा शब्द कह दिता ना कि राजे शीं मुकदम कुत्ते, ये टक्कर उदों तो शुरू हुई ते अज तक चलदी आउंदी है। गुरु अर्जन देव महाराज जी तत्ती तवी ते बिठाए ने जहांगीर बादशाह ने, ते कादे वास्ते, क्योंकि गुरु अर्जन देव सच्चे पातशाह महाराज के टाइम ते गुरु नानक महाराज जी की सिक्खी इन्नी प्रफुल्लित हो चुकी सी भी उस टाइम ते हिंदू की मुसलमान की धड़ाधड़ सिक्खी नूं धारण करते जा रहे सन। पर उस टाइम ते जिहड़े ये लोग सन जिहड़े सिक्खी नूं प्रफुल्लित हुंदा नहीं सी वेखना चाहुंदे, उन्होंने गुरु अर्जन देव महाराज जी के विरोध विच बड़ा कुछ जिहड़ियां सी मन घड़त ही गुरु अर्जन देव महाराज जी के बारे जहांगीर नूं भड़काया गया। तो जहांगीर ने गुरु अर्जन देव महाराज जी नूं शहीद करन दा हुक्म दे दिता गया। जासा कानून के अधीन श्री गुरु अर्जन देव महाराज जी शहीद हो रहे हैं। जदों सतगुरु अर्जन देव महाराज जी अमृतसर साहब तो चले, उस वेले कह गए सन कि बेटा हुण 5 जामियां तक के शांतमई संघर्ष चलता आया है। बाबे क्या दी बाबर क्या दी बेटा टक्कर रही है, पर यह टक्कर शांतमई रही है। हुण भी आ जी टक्कर है शहादत वाली है, गुरु काल में पहली शहादत सी बेटा, शांतमई शहादत है। जे जुल्म रोकिया गया तो ठीक है, पर जे ये जुल्म ना रुकिया तो बेटा फिर तलवार के हाथ ते किरपान के मुठे ते हथ जाना चाहिए, क्योंकि जुल्म के विरुद्ध गुरु नानक का धर्म है। श्री गुरु अर्जन देव जी की शहादत हो जाती है, पर ये जहांगीर बादशाह अजे बाज नहीं आया। तख्त ते बैठ जाता है शाहजहान। शाहजहान तख्त ते बैठदा, इधर सतगुरु गुरु हरगोबिंद सच्चे पातशाह महाराज जी को गुरता गद्दी 6वां जामा आ गया। गुरु हरगोबिंद महाराज जी ने अकाल तख्त की सिरजना की। मेरे साहब ने फौजा रखियां, 2 तलवारां पहन लियां मीरी ते पीरी दियां। हुण उन्हां लोकां नूं कदों ये गल चंगी लगदी सी भी साडे बराबर कोई तख्त बनावे, साडे बराबर कोई कलगी लावे, फौजां ते घोड़े रखे, ਜਿਹੜੇ हिंदुस्तान ਨੂੰ ਇੰਨਾ लम्मा समा लुटिया है कि ਇੱਥੇ हिंदुस्तान के अंदर किसी की हिम्मत ना पई कि किसी के सामने वो अपनी धौन भी उच्ची कर सके। अज उस हिंदुस्तान की धरती के उत्ते साडे बराबर कोई उठ खड़ा है, वो गुरु नानक का धर्म है। श्री गुरु हरगोबिंद सच्चे पातशाह ने फौजा रख लियां, घोड़े रख ले। मेरे साहब जी ने ट्रेनिंग देनी शुरू कर दी ते गुरु हरगोबिंद सच्चे पातशाह महाराज जी की फिर नाल इस शाहजहान के टाइम ते 4 जंगा हुई। वो 4 जंगा गुरु हरगोबिंद महाराज जी के गल आन पईयां सन। मेरे साहब आप नहीं सी जंग करना चाहते, गल आन पईयां जंगा। फिर साहब ने पहली जंग जो की अमृतसर पिपली साहब, पहली जंग में श्री गुरु हरगोबिंद महाराज जी के सिंघां ने ऐसे जोर दिखाए कि ये जिहड़े लोग सन अफगानी, ये जिहड़े लोग हमलावर सन, ये सोचण ते मजबूर हो गए कि असीं ते गुरु नानक देव महाराज जी के घर नूं कुछ होर समझदे सन, पर यह की बनिया कि साडे मूँह भुआ के रख दिते है। ये आम सधारण लोग समझते असीं इन्हां नूं, पर इन्हां कोल इन्नी ताकत बल आया कित्थों? वो की जानन के ताकत ते बल गुरु नानक देव महाराज जी की बाणी विच है, उन्हां दी सोच विच, उन्हां दी विचारधारा विच है, जिहड़ा गुरु नानक देव महाराज जी ने सब दी जमीर नूं झंझोड़ के रख दिता सी। जगाया सब दियां जमीरां नूं 5 जामियां तक जगाउंदे रहे। 6वें जामे में 4 जंगा हुईयां ते 4 जंगां विच जित हासिल की। उस तो बाद समा आ जाता है गुरु हर राय साहब ते गुरु हरकृष्ण महाराज जी का समा। गुरु हरकृष्ण ते गुरु हरराय साहब के समय के उत्ते भावें जंग कोई नहीं हुई, पर विरोधी अपनियां चालां चलाउंदे रहे।
इस तो बाद औरंगजेब का राज आ जाता है तो औरंगजेब के राज के टाइम पर उन्हें फिर इस हिंदुस्तान के अंदर ये कहना शुरू कर दिता कि जे हिंदुस्तान के उत्ते मेरा राज है तो इत्थे एक ही धर्म होएगा इस्लाम, होर कोई धर्म नहीं होगा हिंदुस्तान दे विच, इस्लाम ही केवल धर्म होगा। तो औरंगजेब बादशाह ने फिर जुल्म इन्ने घटाए कि पहलियां जुल्मां तो भी वध उन्हें अत करके रख दी। वो रोज़ दे रोज़ हिंदुआं दे जनेऊ लाउण लग पिया तो जेड़ा हिंदू जनेऊ लाउण तो इनकार करता सी उन्होंने मौत के घाट उतारिया जाता सी। आखिर ये सारे रोंदे कर लाते गुरु तेग बहादुर महाराज जी के कोल पहुँचे। मेरे साहब ने कहा जाके तुसीं औरंगजेब बादशाह नूं कह दिओ साडा गुरु तेग बहादुर महाराज जे वो इस्लाम में आ जाए तो असीं अपने आप आ जावांगे। एक आपां एक गल शुरू की है कि बाबे क्या दी बाबर क्या दी टक्कर कदों तो शुरू हुई तो इस टक्कर का मनोरथ की सी जां इहदे पिछे की कारण काम करदा सी। ना जार ना जोरू ना जमीन, ये तीन चीज़ां इहदे विच नहीं हैं। जिहड़ी गुरु नानक साहब महाराज जी के घर की बाबे क्या दे नाल टक्कर है, इहदे विच ना जार की लड़ाई है, ना जोरू की लड़ाई है, ना जमीन की लड़ाई, ना कब्जियां की, ना धन दौलत की, ना औरत की। इहदे विच तीन लड़ाइयां नहीं, ये चौथी है जिहड़ी जुल्म के विरुद्ध है। श्री गुरु तेग बहादुर महाराज जी की शहादत हो जाती है। उस तो बाद समा आउंदा गुरु गोबिंद सिंह सच्चे पातशाह महाराज जी का। हुण गुरु गोबिंद सिंह सच्चे पातशाह महाराज जी ने फिर खालसा साज दिता तो खालसा अजिहा साजिया। मेरे साहब ने कहा अज तो बाद हिंदुस्तान के उत्ते हमले करने वाले जिन्ने लोग आते रहे, अज तो बाद हिंदुस्तान के उत्ते कोई जो हमला करने वास्ते आवेगा इत्थों दियां ना तो कोई बहु बेटियां ले जा सकेगा, ना इत्थों हिंदुस्तान का कोई धन दौलत पैसा ले जा सकेगा। भाव कि अज तो बाद हिंदुस्तान में कोई लुट नहीं सकेगा। मैं इहो जिहा खालसा जिहड़ा है पैदा करता। 239 साल का टाइम लग्या गुरु नानक साहब महाराज जी नूं। गुरु नानक साहब तो लैके 10वें पातशाह का समा 239 साल का समा लगता। इन्ना समा ला के मेरे गरीब नवाज पातशाह ने संपूर्ण मनुख बनाया। हुण देखो हिंदुस्तान के लोग तो वही सन, ये कोई फरशां तो नहीं अरशां तो नहीं उतरे सन जां पताल विचों नहीं सी आए लोग। हिंदुस्तान के वही लोग सी जिहड़े लोकां दे कोलों बाहरों हमलावर आउंदे सी ते लुट पुट के सब कुछ लै जांदे सी। उही हिंदुस्तान के लोगों मेरे गरीब नवाज पातशाह महाराज ने इन्ना क मजबूत कर दिता कि हुण हिंदुस्तान के उत्ते जे कोई हमला करने वास्ते आउंदा है उन्होंने गुरु का खालसा रोकदा है। गुरु गोबिंद सिंह महाराज जी ने 14 जंगां लड़ियां। उस तो बाद बाबा बंदा सिंह बहादुर का टाइम आ जाता है। बाबा बंदा सिंह बहादुर ने 8 साल दे विच सिख राज स्थापित कर दिता ते इस हिंदुस्तान के उत्ते होर है जिहड़े जुल्म ते अत्याचार सी उन्हां दा बाबा बंदा सिंह बहादुर ने पाई पाई करके सब तो हिसाब लै लिया। उस तो बाद फिर एक 100 साल का समा बड़ा संघर्षमयी चलता है। इस 100 साल के समय दे विच बड़े लाह चढ़ा आए। किन्ने क लाह चढ़ा आए। इन्हां समयां दे अंदर दरबार साहब दे उत्ते हमले भी होए, कई हमले होए। इन्हां समयां दे उत्ते बाबा दीप सिंह जी ने जिहड़ा सी दरबार साहब दे उत्ते होए हमले का बदला लिया। इन्हां ही टाइमां दे विच सुखा सिंह मताब सिंह ने मस्से रंगड़ नूं जिहड़ा सी दिन दीवी झटका दिता। इन्हां समयां दे अंदर ही मीर मनु का सारा कुछ जो साका वापरदा है, ये सारा कुछ एक 18वीं सदी का टाइम है। इत्थे अबदाली आउंदा हमला करन वास्ते ते कहंदे जदों अबदाली हमला करन वास्ते है उदों इस हिंदुस्तान के अंदर इहों कह लो गुरु नानक महाराज जी का धर्म गुरु गोबिंद सिंह का खालसा पूरे जोबन ते सी। अबदाली आया तो अबदाली ने जो हमला करके वापस चलिया तो इसनूं दिल्ली तो उरे ही रोक के 2200 लड़की ये कोलों छुड़वा ली गई। बाबा दीप सिंह हुणा ने ते उस टाइम के जिहड़े गुरु के खालसे सन उन्होंने जदों इसनूं छुड़ा लिया गया। अबदाली कहन लगा कौन लोग ने, कह लगे गुरु नानक का धर्म है, गुरु गोबिंद सिंह के सिख ने। कहना पता करो कित्थे रहिंदे ने। कहंदे घोड़ियां दीयां काठियां ते रहिंदे, खांदे की ने, कहंदे छोले खांदे है। उन्हें क्या घर घाट, कहंदे घर घाट जंगलों में इन्हां दा। उन्हें क्या ताकत कित्थों मिलती है, कहंदे ताकत इन्हां दा एक केंद्र है हरमंदर उन्होंने कहंदे है। उत्थे जांदे ने पता नहीं की अरदास करते हैं, की इन्हां नूं शक्ति मिलती है। हरमंदर च जाते हैं, उत्थों उन्होंने ताकत मिलती, फिर लड़न लई तैयार हो जाते। असीं बड़े मारे हैं पर मुकदे नहीं। अबदाली ने क्या ढा दिओ इन्हां दा हरमंदर भी, हरमंदर साहब ढा दिता गया पर फिर गुरु के खालसे ने बना लिया। आखिर मैं गल लम्मी ना करा, शुरुआत इत्थों कीती सी कि बाबे क्या दी बाबर क्या दी टक्कर शुरू हुई पर जुल्म के विरुद्ध टक्कर हुई। क्यों टक्कर हुई? क्योंकि बाबे ने जो शब्द कहा कि राजे शी मुकदम कुत्ते जाए जगान बैठे सुते,
ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਇਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ। ਅੱਜ ਕੀ ਹੁੰਦਾ ਹੈ, ਅੱਜ ਸਾਡੇ ਕਈ ਵੀਰ ਉਹ ਕਹਿੰਦੇ ਜੀ ਗੁਰਦੁਆਰੇ ਦੇ ਵਿੱਚੋਂ ਅਸੀਂ ਰਾਜਨੀਤੀ ਦੀ ਗੱਲ ਕਿਉਂ ਕਰਦੇ ਹਾਂ, ਤੇ ਆ ਸ਼ਬਦੀ ਰਾਜਨੀਤੀ ਨਾਲ ਸੰਬੰਧਿਤ ਹੈ। ਕਈ ਵਾਰ ਮੈਨੂੰ ਸੁਣਨ ਨੂੰ ਵੀ ਮਿਲਦੀਆਂ ਗੱਲਾਂ, ਕਹਿੰਦੇ ਜੀ ਭਾਈ ਸਾਹਿਬ ਤੁਸੀਂ ਕਥਾ ਦੇ ਵਿੱਚ ਕਈ ਵਾਰ ਰਾਜਨੀਤੀ ਲੈ ਆਉਂਦੇ ਹੋ। ਮੈਂ ਕਹਿੰਦਾ ਜੇ ਅਸੀਂ ਚੰਗੇ ਸਿਸਟਮ ਦੀ ਗੱਲ ਗੁਰਦੁਆਰੇ ਵਿੱਚੋਂ ਨਹੀਂ ਕਰਨੀ ਤੇ ਇਹ ਚੰਗੇ ਸਿਸਟਮ ਦੀ ਗੱਲ ਮੜੀਆਂ ਮਸਾਣਾ 'ਚ ਜਾ ਕੇ ਕਰਾਂਗੇ, ਕਿੱਥੋਂ ਕਰਾਂਗੇ? ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ ਕਿ ਮੀਰੀ ਪੀਰੀ ਦਾ ਸਿਧਾਂਤ ਕੀ ਹੈ। ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਇਹ ਰਾਜਨੀਤੀ ਦਾ ਪ੍ਰਤੀਕ ਹੈ, ਪਰ ਹਾਂ ਧਰਮ ਜਿਹੜਾ ਉੱਪਰ ਹੋਣਾ ਚਾਹੀਦਾ, ਰਾਜਨੀਤੀ ਥੱਲੇ ਹੋਣੀ ਚਾਹੀਦੀ ਹੈ। ਧਰਮ ਤੋਂ ਰਾਜਨੀਤਿਕ ਲੋਕ ਅਗਵਾਈ ਲੈਣ। ਮੈਂ ਕਹਿੰਦਾ ਇਹ ਵੀ ਕਿਸੇ ਨੇ ਪਤਾ ਨਹੀਂ ਕਿਉਂ ਇਹੋ ਜਿਹੀ ਚਾਲ ਚਲਾ ਦਿੱਤੀ ਹੈ, ਇਹੋ ਜਿਹੀ ਜਿਹੜੀ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਇਹਦੇ ਪਿੱਛੇ ਵੀ ਬੜੀ ਸੋਚੀ ਸਮਝੀ ਸਾਜ਼ਿਸ਼ ਹੈ। ਇਹ ਗੱਲ ਕਹਿਣੀ ਕਿ ਗੁਰਦੁਆਰਿਆਂ ਦੇ ਵਿੱਚੋਂ ਕੇਵਲ ਤੇ ਕੇਵਲ ਬਾਣੀ ਪਾਠ ਦੀਆਂ ਗੱਲਾਂ, ਕੀਰਤਨ ਦੀਆਂ ਹੀ ਕਰੋ, ਹੋਰ ਕੋਈ ਗੱਲ ਨਾ ਹੋਵੇ। ਇਹਦੇ ਪਿੱਛੇ ਬੜੀ ਡੂੰਘੀ ਸਾਜ਼ਿਸ਼ ਹੋ ਸਕਦੀ ਹੈ। ਮੈਂ ਕਹਿੰਦਾ ਗੁਰੂ ਘਰ ਦੇ ਵਿੱਚੋਂ ਹਰ ਸਿਸਟਮ ਦੀ ਗੱਲ ਹੋਣੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚੋਂ ਹਰ ਚੰਗੀ ਗੱਲ ਹੋਣੀ ਚਾਹੀਦੀ ਹੈ ਕਿ ਸਮਾਜ ਦੇ ਸਿਰਜਣ ਵਾਸਤੇ ਹਰ ਗੱਲ ਗੁਰੂ ਦੀ ਸਟੇਜ ਉੱਤੇ ਹੋਣੀ ਚਾਹੀਦੀ, ਕਿਉਂਕਿ ਗੁਰਬਾਣੀ 'ਚ ਅਗਵਾਈ ਮਿਲਦੀ ਹੈ। ਚਾਰ ਸ਼ਬਦ ਜਿਹੜੇ ਨੇ ਉਹ ਰਾਜਨੀਤੀ ਹੈ। ਬਾਬਰ ਦੇ ਨਾਲ ਹਮਲਿਆਂ ਦੀ ਗੱਲ ਕੀ ਲੋੜ ਪਈ ਸੀ ਬਾਬੇ ਨੂੰ? ਉਹ ਕਹਿ ਸਕਦੇ ਸੀ ਮਰਦਾਨਿਆਂ ਚੱਲ ਰਬਾਬ ਵਜਾ ਕੀਰਤਨ ਕਰਦੇ ਆਪਾਂ, ਸੋਹਣਾ ਕੀ ਲੈਣਾ ਆਪਾਂ ਇਹਨਾਂ ਲੋਕਾਂ ਤੋਂ। ਪਰ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਹਿੰਦੁਸਤਾਨ ਦੇ ਜਿਹੜੇ ਮੁਰਦਾ ਹੋ ਚੁੱਕੇ ਲੋਕ ਸਨ ਉਹਨਾਂ ਵਿੱਚ ਜਾਨ ਪਾਣੀ ਸੀ, ਤੇ ਗੁਰੂ ਨਾਨਕ ਸਾਹਿਬ ਨੇ 239 ਸਾਲ ਲਾ ਕੇ ਜਾਨ ਪਾਈ। ਬੜੀ ਬੇਨਤੀ ਕਰਨ ਲੱਗੇ ਆ, ਇੱਥੇ ਬੜੇ ਬੜੇ ਹਮਲਾਵਰ ਆਏ, ਲੁੱਟ ਪੁੱਟ ਕੇ ਲੈ ਜਾਂਦੇ ਰਹੇ, ਪਰ ਕਿਹੜੀ ਤਾਕਤ ਸ਼ਕਤੀ ਗੁਰੂ ਨਾਨਕ ਮਹਾਰਾਜ ਨੇ ਆਪਣੇ ਸਿੱਖਾਂ ਵਿੱਚ ਭਰ ਦਿੱਤੀ ਕਿ ਮੁੜ ਕੇ ਹਿੰਦੁਸਤਾਨ ਦੀ ਧਰਤੀ ਉੱਤੇ ਦੁਬਾਰਾ ਕਿਸੇ ਹਮਲਾਵਰ ਨੇ ਮੂੰਹ ਨਹੀਂ ਕੀਤਾ ਇੱਧਰ ਨੂੰ। ਜਦੋਂ ਗੁਰੂ ਕੇ ਖਾਲਸੇ ਨੇ ਇਹੋ ਜਿਹੇ ਮੂੰਹ ਭਵਾਏ ਉਹਨਾਂ ਦੇ, ਦੁਬਾਰਾ ਮੁੜ ਕੇ ਇਸ ਹਿੰਦੁਸਤਾਨ ਦੇ ਉੱਤੇ ਕੋਈ ਬਾਹਰੋਂ ਹਮਲਾਵਰ ਆ ਕੇ ਇਸ ਹਿੰਦੁਸਤਾਨ ਦੀ ਕੋਈ ਬਹੁ ਬੇਟੀ ਨਹੀਂ ਲਿਜਾ ਸਕਿਆ, ਕੋਈ ਲੁੱਟ ਪੁੱਟ ਨਹੀਂ ਸਕਿਆ, ਨਾ ਹਿੰਦੁਸਤਾਨ ਨੂੰ ਕਿਸੇ ਨੇ ਲੁੱਟਣ ਦੀ ਹਿੰਮਤ ਕੀਤੀ। ਇਹ ਤਾਕਤ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਵਿੱਚੋਂ ਤੇ ਖੰਡੇ ਬਾਟੇ ਦੀ ਪੌਲ ਵਿੱਚੋਂ ਮਿਲੀ। ਜਿਹੜੇ ਕਹਿੰਦੇ ਸੀ ਮਹਾਰਾਜ ਸਾਡਾ ਕੰਮ ਹੀ ਇਹ ਨਹੀਂ ਹੈ ਕਿ ਅਸੀਂ ਕਿਸੇ ਰਾਜੇ ਨਾਲ ਜਾਂ ਕਿਸੇ ਹਮਲਾਵਰ ਦੇ ਨਾਲ ਲੜ ਸਕੀਏ, ਉਹਨਾਂ ਅੰਦਰ ਮੇਰੇ ਬਾਬੇ ਨੇ ਇਹੋ ਜਿਹੀ ਤਾਕਤ ਪਾ ਦਿੱਤੀ। ਕਹਿਣ ਲੱਗੇ ਜਿਹੜੇ ਲੋਕ ਇਹ ਕਹਿੰਦੇ ਹੈ ਕਿ ਜਿਨ ਕੀ ਜਾਤ ਵਰਨ ਕੁਲ ਨਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਕੀ ਕੋ ਸਰਦਾਰ ਬਣਾਓ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਚਿੜੀਆਂ ਤੋਂ ਮੈਂ ਬਾਜ ਤੜਾਊਂ, ਮੈਂ ਚਿੜੀਆਂ ਤੋਂ ਕੋਲੋਂ ਬਾਜ ਤੜਵਾ ਦੇਣੇ। ਭਾਵ ਕਿ ਬਾਜ ਦਾ ਮਤਲਬ ਸੀ ਇਹ ਰਾਜੇ, ਤੇ ਚਿੜੀਆਂ ਤੋਂ ਭਾਵ ਸੀ ਆਮ ਸਧਾਰਨ ਸਿੱਖ। ਮੈਂ ਇਹਨਾਂ ਦੇ ਕੋਲੋਂ ਹੀ ਇਹਨਾਂ ਬਾਜਾਂ ਦੇ ਮੂੰਹ ਭਵਾ ਦੇਣੇ, ਉਹਨੂੰ ਭਵਾ ਦਿੱਤੇ। ਕਹਿੰਦੇ ਨੇ ਉਹ ਜਦੋਂ ਅਬਦਾਲੀ ਕਹਿੰਦਾ ਹੈ, ਉਹ ਕਹਿੰਦਾ ਮੈਂ ਹੈਰਾਨ ਹਾਂ ਵੀ ਇਹਨਾਂ ਦੇ ਕੋਲੇ ਨਾ ਘਰ ਘਾਟ, ਨਾ ਖਾਣ ਵਾਸਤੇ ਕੁਝ, ਨਾ ਰਹਿਣ ਵਾਸਤੇ ਕੁਝ, ਪਰ ਜੇ ਇਹਨਾਂ ਦੇ ਬਾਰੇ ਕੋਈ ਮੈਨੂੰ ਹੋਰ ਦੱਸ ਸਕਦਾ ਵੀ ਇਹ ਲੋਕ ਇੰਨੀ ਤਾਕਤ। ਮੈਂ ਕਹਿੰਦਾ ਵਾਰੇ ਵਾਰੇ ਜਾਈਏ ਵਿਰੋਧੀਆਂ ਦੇ ਵੀ, ਜਿਹੜੇ ਵਿਰੋਧੀਆਂ ਨੇ ਸਾਡੀ ਸੱਚਾਈ ਬਿਆਨ ਕੀਤੀ ਹੈ, ਭਾਵੇਂ ਸਾਡੇ ਦੁਸ਼ਮਣ ਸਨ, ਪਰ ਸਾਨੂੰ ਸੱਗ ਲਿਖਦੇ ਨੇ। ਸੱਗ ਦਾ ਮਤਲਬ ਹੁੰਦਾ ਕੁੱਤਾ। ਉਹ ਕਹਿੰਦੇ ਨੇ, ਕਾਜ਼ੀ ਨੂਰ ਮੁਹੰਮਦ ਕਹਿੰਦਾ ਇਹ ਲੋਕ ਹੈ ਤਾਂ ਕੁੱਤੇ ਨੇ, ਭਾਵ ਸੱਗ ਨੇ, ਤੇ ਪਰ ਸਾਡੀ ਤਾਰੀਫ ਕਿੰਨੀ ਕਰਦਾ ਹੈ। ਕਹਿੰਦਾ ਇਹਨਾਂ ਦੇ ਮੈਂ ਜੋ ਕੁਝ ਨੇੜੇ ਹੋ ਕੇ ਦੇਖਿਆ ਹੈ, ਇਹ ਜੀਵਨ ਪੱਖੋਂ ਬੜੇ ਮਜ਼ਬੂਤ ਨੇ, ਭਾਵ ਕਿ ਕਰੈਕਟਰ ਦੇ ਬੜੇ ਉੱਚੇ ਸੁੱਚੇ ਨੇ। ਇਹ ਹਰ ਔਰਤ ਨੂੰ ਬੁੜੀਏ ਕਹਿ ਕੇ ਬੁਲਾਉਂਦੇ ਨੇ। ਬਗਾਨੀ ਔਰਤ ਭਾਵੇਂ ਸਾਡੀ ਮੁਸਲਮਾਨਾਂ ਦੀ ਵੀ ਔਰਤ ਕਿਉਂ ਨਾ ਇਹਨਾਂ ਦੇ ਕਬਜ਼ੇ ਵਿੱਚ ਆ ਜਾਵੇ, ਉਹਨੂੰ ਵੀ ਆਪਣੀ ਧੀ ਭੈਣ ਮਾਂ ਕਹਿ ਕੇ ਉਹਦੇ ਘਰ ਤੱਕ ਛੱਡ ਕੇ ਆਉਂਦੇ ਨੇ। ਇਹ ਇਹਨਾਂ ਦਾ ਆਚਰਣ ਹੈ। ਅੱਗੇ ਉਹ ਲਿਖਦਾ ਹੈ, ਉਹ ਕਹਿੰਦਾ ਇੱਥੇ ਗੱਲ ਬਸ ਨਹੀਂ ਹੈ, ਇਹ ਜਿਹੜਾ ਜਾਪ ਕਰਦੇ ਨੇ ਕੇਵਲ ਆਪਣੇ ਗੁਰੂ ਦਾ ਕਰਦੇ ਨੇ, ਕੋਈ ਕਲਮਾ ਨਹੀਂ ਪੜ੍ਹਦੇ, ਕੋਈ ਮੰਤਰ ਨਹੀਂ ਪੜ੍ਹਦੇ, ਕੇਵਲ ਆਪਣਾ ਗੁਰੂ ਗੁਰੂ ਜਪਦੇ ਨੇ। ਫਿਰ ਅੱਗੇ ਚੱਲ ਕੇ ਲਿਖਦਾ ਹੈ, ਕਹਿੰਦਾ ਇਹ ਲੋਕ ਇੰਨੇ ਬਹਾਦਰ ਤੇ ਇੰਨੇ ਦਲੇਰ ਨੇ, ਇਹ ਸਾਹਮਣੇ ਵਾਰ ਕਰਦੇ ਆ, ਕਦੀ ਪਿੱਠ ਪਿੱਛੇ ਵਾਰ ਨਹੀਂ ਕਰਦੇ। ਤੇ ਇਹ ਜਦੋਂ ਤਾਰੀਫ ਸਾਡੀ ਕੀਤੀ ਤੇ ਉਹਨਾਂ ਨੂੰ ਕਹਿਣਾ ਪੈ ਗਿਆ, ਜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਤੂੰ ਤਾਰੀਫ ਕਰਕੇ ਮੈਨੂੰ ਦੱਸੀ ਹੈ, ਫਿਰ ਉਹ ਦਿਨ ਦੂਰ ਨਹੀਂ ਜਦੋਂ ਇਸ ਹਿੰਦੁਸਤਾਨ ਦੇ ਬਾਦਸ਼ਾਹ ਇਹ ਲੋਕ ਹੋਣਗੇ। ਔਰ ਅਸੀਂ ਬਾਦਸ਼ਾਹ ਬਣੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਅਸੀਂ ਲੰਮਾ ਸਮਾਂ ਰਾਜ ਕੀਤਾ, ਪਰ ਰਾਜ ਦੇ ਨਾਲ ਨਾਲ ਅਸੀਂ ਨੁਕਸਾਨ ਵੀ ਬਹੁਤ ਕਰ ਲਿਆ। ਰਾਜ ਤਾਂ ਅਸੀਂ ਲੈ ਲਿਆ, ਪਰ ਰਾਜ ਤੋਂ ਬਾਅਦ ਅਸੀਂ ਰਾਜ ਸੰਭਾਲ ਨਾ ਸਕੇ। ਜਦੋਂ ਅਸੀਂ ਇਹਨਾਂ ਵਿਰੋਧੀਆਂ ਦੀਆਂ ਚਾਲਾਂ ਨਾ ਸਮਝ ਸਕੇ, ਜਿਨ੍ਹਾਂ ਨੇ ਸਮਝ ਲਿਆ ਇਹਨਾਂ ਨੂੰ ਹੋਰ ਤਰੀਕੇ ਨਾਲ ਨਹੀਂ ਮਾਰਿਆ ਜਾ ਸਕਦਾ, ਇਹਨਾਂ ਨੂੰ ਮਾਰਨ ਦਾ ਤਰੀਕਾ ਇੱਕੋ ਹੀ ਹੈ, ਇਹਨਾਂ ਨੂੰ ਇਹਨਾਂ ਦੇ ਸਿਧਾਂਤ ਤੋਂ ਦੂਰ ਕਰ ਦਿਓ, ਇਹਨਾਂ ਨੂੰ ਗੁਰਬਾਣੀ ਤੋਂ ਸਿਧਾਂਤ ਤੋਂ ਤੋੜ ਦਿਓ। ਜੇ ਇਹਨਾਂ ਨੂੰ ਮਾਰਨਾ ਚਾਹੁੰਦੇ ਹੋ, ਫਿਰ ਇਹੋ ਜਿਹੀ ਚਾਲ ਚੱਲੀ। ਸਾਡੇ ਗੁਰਦੁਆਰਿਆਂ ਦੇ ਵਿੱਚ ਪੁਜਾਰੀ ਸ਼ਹਿਰਾਣੀ ਮਹੰਤ ਬਿਠਾ ਦਿੱਤੇ, ਜਿਨ੍ਹਾਂ ਕੁਕਰਮ ਕੀਤੇ ਇਹੋ ਜਿਹੇ ਗੁਰਦੁਆਰਿਆਂ ਦੇ ਅੰਦਰ। ਅਸੀਂ ਐਡਾ ਵਧੀਆ ਸਿਸਟਮ ਗੁਰਦੁਆਰਿਆਂ ਦਾ ਜਿਹੜਾ
उस समय दे विच इन्नी बर्बादी हुई, भावें कि उस तो बाद असी आज़ाद करवा लें, पर आज़ाद पूरे होए ना, वो किसी होर सिस्टम के अधीन आके फिर वो लगभग उस चाल ते काम चलता पिया, कोई बहुता ज़्यादा फर्क नहीं पिया। अज भी एक धिर काबज़ होकर गुरुद्वारियों ते जिहड़े ढंग नाल लुटिया पुटिया जा रहा है, असी कभी सोचते समझते नहीं है। अज भी लोड़ है इस गल नूं समझण दी कि राजे शींह मुकदम कुत्ते उदों 500 साल पहलां दीयां गल्लां नहीं करी जाणीआं। अज वाले राजिਆਂ ਨੂੰ भी कहना पैना है कि प्रजा उत्ते जिन्ना जुल्म हुंदा, जो जिहड़े ढंग नाल तुसीं करदे पए हो, इस जुल्म के विरुद्ध अज भी सिख नूं डटना चाहिए, अज भी सिख नूं खलोना चाहिए। अज साडे कोले सिस्टम ना तो तलवार चुकन की लोड़ है, ना बंदूक चुकन की लोड़ है, ना तोपां टैंकां की लोड़ है। अज साडे कोले सिस्टम बदलण वास्ते सिर्फ बटन चाहिए। अज सिस्टम बदलने वास्ते कुछ नहीं करने की लोड़, सिर्फ अज साडे कोले बटन नप के सिस्टम बदलिया जा सकता है। अज ना तो तलवार, ना तोप, ना टैंक कुछ नहीं चाहिए, पर उस नूं बदलण लई सानूं अपनी जमीर नूं जगाउणा पएगा। और जमीर नूं जगा के इस जिहड़ा अज दी समय दे अंदर पंजाब दा जो सिस्टम ते जो हालात बने ने, इस नूं बदलण दी अज हर सिख नूं जरूरत है कि उहदे बारे सोचें। अज दा शब्द सतगुरु महाराज जी दा इसे सारे संबंध विच जो ये लंबी चौड़ी विचार हुई है, इहदे ही संदर्भ विच गुरु नानक देव महाराज जी दा अज दा शब्द है। मेरे गरीब नवाज पातशाह महाराज जी कहंदे ने, जदों राजे लोग प्रजा ते जुल्म करदे ते ओह की करदे ने, वो अपने अगों एहलकारां नूं कहिंदे आ तुसीं शिकार बना के लियाओ। वो शिकार बना के राजे तक पहुँचाउंदे आ ते राजा उन्हां शिकारां दा फिर जो घाओ करता है, उन्होंने लहू पींदा है। मेरे साहब ने इत्थे 2 प्रमाण लए ने। साहब कहते शिकारी शिकार खेडण वास्ते वो की करता है, ਜਿਹੜੇ ਉਹਦੇ ਕੋਲੇ ਬਾਜ਼ ਹੁੰਦੇ ਆ, ਉਹਦੇ ਕੋਲੇ ਤਿੱਤਰ ਹੁੰਦੇ ਆ, ਉਹਦੇ ਕੋਲੇ ਬਟੇਰੇ ਹੁੰਦੇ ਆ, ਉਹਦੇ ਕੋਲੇ ਕਬੂਤਰ ਹੁੰਦੇ, ਉਹਦੇ ਕੋਲੇ ਹਿਰਨ ਹੁੰਦੇ ਆ, ਉਹਨਾਂ ਨੂੰ ਪਹਿਲਾਂ ਸਿਖਾਉਂਦਾ ਹੈ। ਉਹ ਪਹਿਲਾਂ ਸਾਰਾ ਕੁਝ ਸਿਖਾ ਲੈਂਦਾ ਹੈ। ਫਿਰ ਉਹ ਜਦੋਂ ਆਪਣੇ ਜਾਲ ਵਿੱਚ ਫਸਾਉਂਦੇ ਨੇ ਲਿਆ ਕੇ, ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਸਿਖਾਇਆ ਹੋਇਆ ਬਾਜ਼ ਆਪਣੇ ਭਰਾਵਾਂ ਨੂੰ ਲਿਆ ਕੇ ਜਾਲ ਵਿੱਚ ਫਸਾ ਦਿੰਦਾ ਹੈ। ਤੇ ਜਿਹੜਾ ਸ਼ਿਕਾਰੀ ਹੁੰਦਾ ਉਸ ਬਾਜ਼ ਨੂੰ ਕੁਝ ਨਹੀਂ ਕਹਿੰਦਾ, ਜਿਹੜਾ ਬਾਜ਼ ਸਿਖਾਇਆ ਹੋਇਆ ਹੁੰਦਾ ਹੈ ਉਹ ਤੇ ਦੂਜਿਆਂ ਨੂੰ ਲਿਆ ਕੇ ਉਹਦੇ ਵਿੱਚ ਫਸਾਉਂਦਾ ਹੈ। ਉਹਨੂੰ ਸਗੋਂ ਚੰਗਾ ਰਜ਼ਵਾਂ ਖਾਣਾ ਮਿਲਦਾ ਹੈ, ਉਹਦਾ ਪਾਲਣ ਪੋਸ਼ਣ ਚੰਗਾ ਹੁੰਦਾ ਹੈ। ਉਹ ਜਾ ਕੇ ਆਪਣੇ ਭਰਾਵਾਂ ਨੂੰ ਕਹਿੰਦਾ ਜਿੱਥੇ ਮੈਂ ਰਹਿਣਾ ਹਾਂ ਉੱਥੇ ਬੜੀਆਂ ਸੁੱਖ ਸਹੂਲਤਾਂ ਨੇ, ਉੱਥੇ ਖਾਣਾ ਬੜਾ ਵਧੀਆ ਹੈ, ਉੱਥੇ ਸਿਸਟਮ ਬੜਾ ਵਧੀਆ ਹੈ, ਮੇਰੇ ਨਾਲ ਚੱਲੋ। ਉਹਦੇ ਆਖੇ ਲਾ ਕੇ ਉਹਦੇ ਭਰਾ ਆ ਜਾਂਦੇ, ਸਾਰੇ ਜਾਲ 'ਚ ਫਸ ਜਾਂਦੇ ਹੈ। ਸ਼ਿਕਾਰੀ ਉਹਨਾਂ ਨੂੰ ਸਹਿਜੇ ਜੇ ਸ਼ਿਕਾਰ ਉਹਨਾਂ ਦਾ ਕਰ ਲੈਂਦਾ ਹੈ। ਗੱਲ ਜੀਵਾਂ ਦੀ ਕੀਤੀ ਹੈ, ਇੱਥੇ ਜਾਨਵਰਾਂ ਦੀ ਕੋਈ ਗੱਲ ਨਹੀਂ ਹੈ, गल जीवां दी कीती है कि जिहड़े मनुख इस तरह अज भी राजियां दे अगों जिहड़े अहलकार ने वो प्रजा दे उत्ते जिस तरह जुल्म ढाउंदे, जिवें उन्हां नूं जिहड़ा लालच विच लिया के फसाउंदे आ, लोग जदों फस जाते हैं फिर वो लोग रोंदे आ साडे नाल की हो गया। साहब जी कहंदे ने इहदे विच दोनों ही दोषी ने, वो भी जिहड़े जाल विच फसा रहे ने ते फसन वाले भी, वो भी बिना सोचे समझे ते तुर पैंदे आ। गुरु नानक देव महाराज जी दा अज दा पावन पवित्र शब्द है। मेरे साहब जी कहंदे ने हरना बाजां तैस गदारां इन्ना पढ़िया नाओ। साहब कहंदे हरन ते बाज उहनूं सिखा दिता शिकारी ने कि तुसी मेरे जाल विच लिया के अपने भरावां नूं फसाओ। कहंदे सिखाया होया बाज, सिखाया होया हिरन वो लियाउंदा फिर अपने भरावां बाजां नूं ते हिरनां नूं लैके आउंदा है। साहब जी कहंदे की हुंदा फिर फांदी लगी जात भायन अगे नाही थाओ। साहब कहंदे फिर अपने जात भरावां नूं लिया के शिकारी दे हवाले कर दिंदा है। जिवें अज भी जिस तरह कोई नूर मैलिया है, कोई ढेसियां वाला है, कोई राधा स्वामी है, कोई नरकधारी है, कोई झूठे सौदे वाला है, उन्हां दे सिखाए हुए बंदे अगों जिहड़े है वो जदों पब्लिक विच आउंदे है फिर लोकां नूं आके उन्हां दीयां गल्लां जड़ियां दसदे ने आके वो हुंदी सच्चाई कुछ नहीं, पर सिखाए हुए जो आउंदे है सिखाए हुए लोगों को जाके उन्होंने जाल में फसा देंगे है। तो मेरे साहब कहते जो जाल में फस जाते हैं, मेरे गरीब नवाज पातशाह कहते फिर कोई थां ही नहीं उन्होंने मिलती, वो जान ते जान कित्थे कोई निकलने वास्ते रस्ता ही नहीं उन्होंने लभदा। साहब जी कहते ने सो पढ़िया सो पंडित बीना जिनी कमाना नाओ। ऐ भाई जे कोई सियाणा मनुख है तो वह पहला ये सोचे कि परमात्मा वाहिगुरु परमेश्वर का नाम मैनू की कहता है। मेरे साहब जी कहते सियाणा बंदा वही है, पंडित तो भाव है विद्वान। भाई इंसान वही सियाणा है, वही इंसान भला है
बीना का मतलब होता दाना बंदा। साहब जी कहते दाने सियाणे उही हो सकते हैं ਜਿਹੜੇ ਕਿਸੇ ਦੇ ਜਾਲ ਵਿੱਚ ਨਾ ਫਸਣ, ਜਿਹੜੇ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਹੀ ਰੂਪ ਦੇ ਵਿੱਚ ਜਪਦੇ ਹੋਏ ਆਪਣੀ ਜ਼ਮੀਰ ਨੂੰ ਜਗਾ ਲੈਂਦੇ ਨੇ, ਉਹ ਅਸਲ ਵਿੱਚ ਸਿਆਣੇ, ਜਿਸ ਕਿਸੇ ਦੇ ਜਾਲ ਵਿੱਚ ਫਸਦੇ ਨਹੀਂ। ਪਹਿਲੋਂ ਦੇ ਜੜ ਅੰਦਰ ਜੰਮੈ ਉੱਪਰ ਹੋਵੇ ਛਾਂ। ਸਾਹਿਬ ਜੀ ਕਹਿੰਦੇ ਜਿਹੜਾ ਦਰਖਤ ਹੈ ਨਾ, ਉਹਦੀ ਜੜ ਪਹਿਲਾਂ ਪਤਾਲ ਵਿੱਚ ਜਾਂਦੀ ਹੈ, ਫਿਰ ਦਰਖਤ ਪੈਦਾ ਹੁੰਦਾ, ਫਿਰ ਫਲ ਲੱਗਦੇ ਹੈ। ਜੋ ਮਨੁੱਖ ਦੇ ਜੀਵ ਦੇ ਅੰਦਰ ਹੋਏਗਾ ਉਹੀ ਮੁੜ ਕੇ ਬਾਹਰ ਪ੍ਰਗਟ ਹੁੰਦਾ ਹੈ। ਸਾਹਿਬ ਜੀ ਕਹਿੰਦੇ ਜੋ ਕੁਝ ਅੰਦਰ ਹੈ ਜੀਵ ਦੇ, ਉਹੀ ਕੁਝ ਉਹਦੇ ਅੰਦਰ ਬਾਹਰ ਪ੍ਰਗਟ ਹੋ ਜਾਂਦਾ ਹੈ। ਚੰਗੇ ਗੁਣ ਅੰਦਰ ਹੋਣਗੇ, ਚੰਗੇ ਹੀ ਬਾਹਰ ਪ੍ਰਗਟ ਹੋਣਗੇ। ਜੇ ਮਾੜੇ ਔਗਣ ਹੀ ਸਾਰੇ ਅੰਦਰ ਹੋਣਗੇ ਤੇ ਔਗਣ ਹੀ ਬਾਹਰ ਦਿਸਣਗੇ। ਸਾਹਿਬ ਜੀ ਨੇ ਅੱਗੇ ਬਚਨ ਕੀਤਾ, ਰਾਜੇ ਸ਼ੀ ਮੁਕੱਦਮ ਕੁੱਤੇ। ਇੱਥੇ ਰਾਜੇ ਭਈ ਸ਼ੇਰ ਬਣ ਚੁੱਕੇ ਹੈ, ਉਹਨਾਂ ਦੇ ਅਹਿਲਕਾਰ ਕੁੱਤੇ ਬਣ ਚੁੱਕੇ ਨੇ। ਜਾਏ ਜਗਾਇਨ ਬੈਠੇ ਸੁੱਤੇ। ਲੋਕਾਂ ਨੂੰ ਜਾ ਕੇ, ਲੋਕੀ ਵਿਚਾਰੇ ਆਪਣੇ ਘਰਾਂ 'ਚ ਆਰਾਮ ਕਰਦੇ ਨੇ, ਜਾ ਕੇ ਉਹਨਾਂ ਨੂੰ ਵੇਲੇ ਕਵੇਲੇ ਜਾ ਕੇ ਜਗਾਉਂਦੇ ਹੈ, ਤੰਗ ਕਰਦੇ ਹੈ, ਪਰੇਸ਼ਾਨ ਕਰਦੇ ਹੈ। ਤੇ ਸਾਹਿਬ ਜੀ ਕਹਿੰਦੇ ਚਾਕਰ ਨੈਂਦਾ ਪਾਇਨ ਘਾਓ। ਇਹ ਚਾਕਰ ਰਾਜੇ ਦੀਆਂ, ਰਾਜਾ ਸ਼ੇਰ ਹੈ ਤੇ ਉਹਦੇ ਅਹਿਲਕਾਰ ਜਿਹੜੇ ਨੇ ਉਹ ਰਾਜੇ ਸ਼ੇਰ ਦੀਆਂ ਨੌਂਦਰਾਂ ਨੇ, ਤੇ ਜਾ ਕੇ ਉਹਨਾਂ ਜੀਵਾਂ ਦੇ ਜਿਹੜਾ ਹੈ ਘਾਓ ਕਰਦੀਆਂ ਨੇ, ਉਹਨਾਂ ਨੂੰ ਭਾਵ ਕੇ ਜੀਵਾਂ ਨੂੰ ਜਿਹੜਾ ਹੈ ਤੰਗ ਪਰੇਸ਼ਾਨ ਕਰਦੇ ਨੇ ਅੱਗੋਂ ਉਹਨਾਂ ਦੇ ਅਹਿਲਕਾਰ। ਤੇ ਸਾਹਿਬ ਕਹਿੰਦੇ ਰਤ ਪਿੱਤ ਕੁੱਤਿਓ ਚੱਟ ਜਾਓ। ਫਿਰ ਰਾਜਾ ਆਪ ਕੀ ਕਰਦਾ, ਚੰਗਾ ਚੰਗਾ ਮਾਲ ਤੇ ਖਾ ਜਾਂਦਾ ਹੈ ਤੇ ਲਹੂ ਤੇ ਹੱਡੀਆਂ ਫਿਰ ਇਹਨਾਂ ਵਾਸਤੇ ਸੁੱਟ ਦਿੰਦਾ ਹੈ। ਭਾਵ ਇਹਦਾ ਇਹ ਬਣਿਆ ਕਿ ਜਿਹੜੇ ਰਾਜੇ ਲੋਕ ਨੇ, ਭਾਵ ਅੱਜ ਦੇ ਵੀ ਤੁਸੀਂ ਕਹਿ ਸਕਦੇ ਹੋ ਜਿਹੜੇ ਲੀਡਰ ਨੇ, ਉਹ ਵੀ ਇਸੇ ਤਰ੍ਹਾਂ ਦੁਨੀਆ ਨੂੰ ਲੁੱਟਦੇ ਕੁੱਟਦੇ ਨੇ। ਉਹਨਾਂ ਦੇ ਥੱਲੇ ਜਿਹੜੇ ਲੋਕ ਕੰਮ ਕਰਦੇ ਨੇ ਉਹ ਵੀ ਫਿਰ ਕੁੱਤਿਆਂ ਦੀ ਤਰ੍ਹਾਂ ਜੋ ਉਹਨਾਂ ਨੂੰ ਮਿਲਦਾ ਹੈ ਸ਼ਿਕਾਰ, ਉਹ ਵੀ ਕਰਨ ਨੂੰ ਕਿਹੜੀ ਢਿੱਲ ਕਰਦੇ ਨੇ, ਉਹ ਵੀ ਅੱਗੇ ਉਹ ਵੀ ਕੁਝ ਕਰੀ ਜਾਂਦੇ ਜੋ ਉਹਨਾਂ ਦੇ ਉੱਪਰ ਬੈਠੇ ਕਰੀ ਜਾਂਦੇ ਨੇ। ਤੇ ਸਾਹਿਬ ਜੀ ਨੇ ਅਖੀਰ ਵਿੱਚ ਕਹਿ ਦਿੱਤਾ, ਕਹਿੰਦੇ ਜਿੱਥੈ ਜੀਆਂ ਹੋਸੀ ਸਾਰ। ਭਾਈ ਜਿੱਥੇ ਜੀਵਾਂ ਦਾ ਇਹ ਲੇਖਾ ਹੋਣਾ ਹੈ ਨਾ, ਮੇਰੇ ਸਾਹਿਬ ਜੀ ਕਹਿੰਦੇ ਨੇ ਨੱਕੀ ਵੱਡੀ ਲਾਇਤਬਾਰ। ਇਹ ਬੇਇਤਬਾਰੇ ਲੋਕਾਂ ਦੀ ਫਿਰ ਉੱਥੇ ਜੋ ਦੁਰਦਸ਼ਾ ਹੁੰਦੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਦਰਬਾਰ ਵਿੱਚ ਤੇ ਫਿਰ ਬਿਲਕੁਲ ਨਿਆਂ ਹੁੰਦਾ ਹੈ, ਉੱਥੇ ਕੋਈ ਬੇਇਨਸਾਫੀ ਨਹੀਂ ਹੈ। ਮੇਰੇ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ। ਸਾਹਿਬ ਜੀ ਕਹਿੰਦੇ ਮਾਨਸ ਕੇ ਦੀਵਾਨੋਂ ਕੋਈ ਨਸ ਭੱਜ ਨਿਕਲੈ, ਹਰ ਦੀਵਾਨ ਕੋਈ ਕਿੱਥੇ ਜਾਇਆ। ਭਈ ਲੋਕਾਂ ਦੀਆਂ ਕਚਹਿਰੀਆਂ ਵਿੱਚੋਂ ਤੇ ਲੋਕ ਨਿਕਲ ਜਾਣਗੇ, ਪਰ ਪ੍ਰਭੂ ਦੀ ਕਚਹਿਰੀ ਵਿੱਚੋਂ ਕੋਈ ਨਹੀਂ ਬਚ ਕੇ ਨਿਕਲ ਸਕਦਾ। ਉਹਦੇ ਘਰ ਦੇ ਵਿੱਚ ਬਿਲਕੁਲ ਨਿਆਂ ਹੁੰਦਾ, ਉੱਥੇ ਕੋਈ ਬੇਇਨਸਾਫੀ ਨਹੀਂ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਅੰਦਰ ਇਸ ਹਿੰਦੁਸਤਾਨ ਦੇ ਜਿਹੜੀ ਜੋ ਦੁਰਦਸ਼ਾ ਹੋ ਰਹੀ ਸੀ ਉਹਨੂੰ ਤੱਕ ਕੇ ਮੇਰੇ ਸਾਹਿਬ ਜੀ ਨੇ ਸ਼ਬਦ ਕਹੇ ਹਨ। ਅੱਜ ਵੀ ਲੋੜ ਹੈ ਸਾਨੂੰ ਇਸ ਗੱਲ ਨੂੰ ਵਿਚਾਰਨ ਦੀ ਕਿ ਅੱਜ ਵੀ ਅਸੀਂ ਆਪਣੀ ਜ਼ਮੀਰ ਨੂੰ ਜਗਾਈਏ, ਆਪਣੀ ਆਤਮਾ ਨੂੰ ਝੰਜੋੜੀਏ। ਤੇ ਜੋ ਅੱਜ ਦਾ ਵੀ ਪੰਜਾਬ ਦਾ ਮਾਹੌਲ ਹੈ, ਜਿਹੜਾ ਨਸ਼ਿਆਂ ਦੇ ਵਿੱਚ ਨੌਜਵਾਨ ਬਰਬਾਦ ਹੁੰਦਾ ਜਾ ਰਿਹਾ ਹੈ, ਹਰ ਬੰਨੇ ਕਿਸਾਨ ਬਰਬਾਦ ਹੁੰਦਾ ਜਾ ਰਿਹਾ ਹੈ। ਇੱਧਰ ਡੇਰੇਦਾਰ ਸਾਨੂੰ ਧਾਰਮਿਕ ਤੌਰ ਤੇ ਲੁੱਟੀ ਤੁਰੇ ਜਾਂਦੇ ਨੇ, ਰਾਜਨੀਤਿਕ ਰਾਜੇ ਜਿਹੜੇ ਨੇ ਉਹ ਉਲਟੀ ਵਾੜ ਖੇਤ ਕੋ ਖਾਈ ਜਾਂਦੇ ਨੇ। ਤੇ ਅੱਜ ਵੀ ਜਦੋਂ ਅਸੀਂ ਦੇਖਦੇ ਉਹਨਾਂ ਸਮਿਆਂ ਨੂੰ, ਗੁਰੂ ਨਾਨਕ ਸਾਹਿਬ ਦੇ ਸਮਿਆਂ ਨੂੰ ਤੇ ਅੱਜ ਨੂੰ ਵੇਖਦੇ ਹਾਂ, ਫਿਰ ਇਉਂ ਲੱਗਦਾ ਹੈ ਕਿ ਅੱਜ ਵੀ ਕਹਿਣਾ ਪੈਂਦਾ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵ ਸੱਚ ਚੰਦਰਮਾ ਦੀਸੇ ਨਾਹੀ, ਕਹਿ ਚੜਿਆ ਹੋਂ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਪਰ ਸਾਡੇ ਕੋਲੇ ਅੱਜ ਨਹੀਂ ਕਹਿ ਸਕਦੇ ਅੰਧੇਰਾ ਹੈ ਤੇ ਰਸਤਾ ਨਹੀਂ, ਹਨੇਰੇ ਵਿੱਚ ਰਸਤਾ ਸਾਡੇ ਕੋਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹ ਸਾਨੂੰ ਰਸਤਾ ਵਿਖਾਉਂਦੀ ਹੈ। ਗੁਰ ਕਾ ਸ਼ਬਦ ਉਜਾਰੋ ਦੀਪਾ, ਗੁਰੂ ਦਾ ਸ਼ਬਦ ਜਗ ਦਾ ਦੀਵਾ ਸਾਡੇ ਨੂੰ ਰੌਸ਼ਨੀ ਕਰ ਰਿਹਾ, ਰੌਸ਼ਨੀ ਦੇ ਰਿਹਾ। ਤੇ ਜੇ ਅਸੀਂ ਰੌਸ਼ਨੀ ਲੈ ਕੇ ਵੀ ਖੂਹਾਂ ਦੇ ਵਿੱਚ ਛਾਲਾਂ ਮਾਰਨੀਆਂ ਤੇ ਫਿਰ ਲੋਕਾਂ ਦੀ ਮਰਜ਼ੀ ਹੈ। ਫਿਰ ਕਬੀਰ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨ ਲਾਗੇ, ਜੋ ਬਾਂਸ ਵਜਾਈਏ ਫੂਕ। ਜੇ ਅਸੀਂ ਆਪ ਹੀ ਬੇਇਤਬਾਰੇ ਹੋ ਜਾਵਾਂਗੇ, ਆਪ ਹੀ ਆਪਣੀ ਜ਼ਮੀਰ ਮਾਰ ਕੇ ਬਹਿ ਜਾਵਾਂਗੇ, ਫਿਰ ਗੁਰੂ ਉੱਥੇ ਕੀ ਕਰ ਸਕਦਾ ਹੈ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਮਾਲਕ ਕਿਰਪਾ ਕਰੇ ਕਿ ਅਸੀਂ ਗੁਰੂ ਦੇ ਆਸ਼ੇ ਅਨੁਸਾਰ ਚੱਲ ਕੇ ਆਪਣਾ ਜੀਵਨ ਸੋਹਣਾ ਸੁਚੱਜਾ ਬਣਾਈਏ, ਆਪਣਾ ਵੀ ਭਲਾ ਦੂਜਿਆਂ ਦਾ ਵੀ ਭਲਾ ਹੋ ਸਕੇ। ਸ਼ਬਦ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ, ਪੁਰ ਸੁਖ ਦੀ ਖਿਮਾ, ਪਿਆਰ ਸਾਹਿਬ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।